ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਇਸ ਚਰਚਾ ਨੂੰ ਚੱਲਦੇ ਚੱਲਦੇ ਲਾਈਕ ਸ਼ੇਅਰ ਤੇ ਆਪਣੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਕਮੈਂਟ ਕਰੋਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਧੰਨਵਾਦ ਜੀ ਸੁਖਵਿੰਦਰ ਜੀ। ਧੰਨਵਾਦ। ਸਰਕਾਰ ਦੀ ਉਹੀ ਗੱਲ ਬਣੀ ਕਿ ਕਿੰਨੇ ਕੁ ਯੂ ਟਰਨ ਮਾਰੋਗੇ। ਪੰਚਾਇਤੀ ਜਿਹੜਾ ਚੋਣਾਂ ਕਰਾਉਣ ਦੀ ਗੱਲ ਹੋ ਰਹੀ ਸੀ, ਆਪਾਂ ਉੱਥੋਂ ਸ਼ੁਰੂ ਕਰਦੇ ਹਾਂ। ਉਹ 'ਚ ਨਵੀਂ ਅਪਡੇਟ ਇਹ ਹੈ ਕਿ 2 ਵੱਡੇ IAS ਅਫਸਰਾਂ ਦੇ ਉੱਤੇ ਗਾਜ ਡਿੱਗੀ ਹੈ। ਪ੍ਰੋਫੈਸਰ ਸਾਹਿਬ, ਇਸ ਫੈਸਲੇ ਨੂੰ ਪਹਿਲਾਂ ਲਿਆ ਗਿਆ, ਫਿਰ ਪਲਟੀ ਮਾਰ ਲਈ ਗਈ ਤੇ ਫਿਰ ਹੁਣ IAS ਅਫਸਰਾਂ ਦੇ ਉੱਤੇ ਕਾਰਵਾਈ ਕਰ ਦਿੱਤੀ ਗਈ। ਕਿ ਸਰਕਾਰ ਆਪਣਾ ਪਾਲਾ ਜਿਹੜਾ ਆਪਣਾ ਇਸ ਮਾਮਲੇ ਦੇ ਵਿੱਚ ਪੱਲਾ ਛਡਾਉਣਾ ਚਾਹੁੰਦੀ ਹੈ, ਜਾਂ ਫਿਰ ਸਰਕਾਰ ਕਿਸ ਤਰੀਕੇ ਦੇ ਨਾਲ ਘਿਰਦੀ ਹੈ? ਕਿ ਤੁਹਾਡੀ ਮਨਸ਼ਾ ਕੀ ਸੀ? ਤੁਸੀਂ ਪੰਚਾਇਤੀ ਚੋਣਾਂ, ਹਾਲਾਂਕਿ ਇਹ ਜ਼ਰੂਰ ਹੈ, ਮੈਂ ਸੁਣ ਰਿਹਾ ਸੀਗਾ ਕਿ ਪੰਚਾਇਤੀ ਚੋਣਾਂ ਤਾਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ, ਵਾਰਡਬੰਦੀ ਚੱਲ ਰਹੀ ਹੈ, ਪਰ IAS ਅਫਸਰਾਂ ਦੇ ਉੱਤੇ ਗਾਜ ਡਿੱਗਣ ਦਾ ਕੀ ਮਕਸਦ ਹੋਇਆ? ਤੁਹਾਨੂੰ ਸੁਖਵਿੰਦਰ ਯਾਦ ਹੋਣਾ, ਦਰਜਨੋਂ ਵਾਰ ਅਸੀਂ ਭਗਵੰਤ ਮਾਨ ਬਾਰੇ ਇਹ ਗੱਲ ਕਹੀ ਸੀ ਕਿ ਤੁਸੀਂ ਸੀਰੀਅਸ ਹੋ ਜਾਓ, ਚੁਟਕਲੇ ਛੱਡ ਦਿਓ, ਮਜ਼ਾਕ ਛੱਡ ਦਿਓ, ਸੀਰੀਅਸ ਹੋ ਕੇ ਜੋ ਵੀ ਤੁਹਾਡਾ ਇੱਕ ਸ਼ਬਦ ਹੁੰਦਾ ਉਹ ਇੱਕ ਸਾਰੇ ਪੰਜਾਬ ਦੇ ਵਿੱਚ ਉਸ ਨੂੰ ਲੋਕ ਇੱਕ ਕਾਨੂੰਨ ਦੇ ਤੌਰ ਤੇ ਲੈਂਦੇ ਆ। ਇਹ ਨਹੀਂ ਕਿ ਐਲਾਨ ਕਰਤਾ ਮਗਰੋਂ ਉਹ ਐਲਾਨ ਨੂੰ ਭੁਲਾਉਣ ਲਈ ਇੱਕ ਹੋਰ ਵੱਡਾ ਕਰਤਾ, ਉਹ ਰਹਿ ਗਿਆ, ਫਿਰ ਵਿੱਚੇ ਤੀਜਾ ਇੱਕ ਹੋਰ ਕਰਤਾ ਤੇ ਰੋਜ਼ ਤਾਂ ਕਿ ਮਲਵਿੰਦਰ ਮਾਲੀ ਤੇ ਭਗਵੰਤ ਮਾਨ ਦੀ ਜਗ੍ਹਾ ਐਲਾਨਮੰਤ ਕਹਿਣ ਲੱਗ ਗਏ ਆ। ਉਹ ਚਲੋ ਉਹਨਾਂ ਦਾ ਇੱਕ ਆਪਣਾ ਨਿੱਜੀ ਵਿਚਾਰ ਹੈਗਾ, ਪਰ ਇਹ ਸੱਚੀ ਮੁੱਚੀ ਕੁਝ ਇੰਝ ਲੱਗਦਾ ਕਿ ਹੁਣ ਹਾਈ ਟਾਈਮ ਆ। 1.5 ਸਾਲ ਹੋਇਆ, ਕੋਈ ਵੀ ਸਰਕਾਰ ਐਡੀ ਤਾਂ ਤੇ ਪਹੁੰਚ ਕੇ ਉੱਪਰ ਲੋਕਾਂ ਦੀਆਂ ਉਮੀਦਾਂ ਤੇ ਤਾਂ ਪਹੁੰਚ ਕੇ ਵੱਡੀਆਂ ਖੁਸ਼ੀਆਂ ਲੋਕਾਂ 'ਚ ਉਮੀਦਾਂ ਜਗਾ ਕੇ ਏਡੀ ਛੇਤੀ ਥੱਲੇ ਮੂੰਹ ਪਰਨੇ ਡਿੱਗਣੀ ਸ਼ੁਰੂ ਹੋ ਜਾਊਗੀ। ਮੈਂ ਨਹੀਂ ਕਹਿੰਦਾ ਡਿੱਗ ਪਈ ਆ, ਡਿੱਗਣੀ ਸ਼ੁਰੂ ਹੋ ਜਾਊਗੀ, ਇਹ ਨਹੀਂ ਸੀ ਲੱਗਦਾ। ਇਹ ਪਰ ਤੁਹਾਡੇ ਸਾਹਮਣੇ ਹੋ ਰਿਹਾ। ਯੂ ਟਰਨ ਪਹਿਲਾਂ ਵੀ ਠੀਕ ਆ, ਕਦੇ ਉਹ ਪੰਚਾਇਤੀ ਜ਼ਮੀਨਾਂ ਤੇ ਕਦੀ ਕਿਤੇ ਉਹ ਕਈ ਵਾਰੀ ਉਹ ਹੁੰਦਾ ਰਹਿੰਦਾ ਕਿਤੇ। ਚਲੋ ਸ਼ੁਰੂ 'ਚ ਤੇ ਗਲਤੀਆਂ ਸਾਰੇ ਲੋਕ ਮਾਫ ਵੀ ਕਰਦੇ ਸੀ ਕਿ ਇਹਨਾਂ ਨੂੰ ਗੈਰ ਤਜਰਬੇਕਾਰ ਆ, ਇਸ ਕਰਕੇ ਕੁਛ ਨਾ ਕੁਛ ਚਲੋ ਟਾਈਮ ਪੈਣ ਨਾਲ ਸਿੱਖ ਜਾਣਗੇ। ਪਰ ਹੁਣ ਇੱਕ ਉਲਟੀ ਗੱਲ ਚੱਲ ਰਹੀ ਹੈ ਕਿ ਭਗਵੰਤ ਮਾਨ ਹੋਣੀ ਆਪਣੇ ਆਪ ਨੂੰ ਮੁਖੀ ਸੇਵਕ ਸਮਝਣ ਦੀ ਜਗ੍ਹਾ ਮੁੱਖ ਸੇਵਕ ਉਹ ਐਂ ਸਮਝਣ ਲੱਗੇ ਕਿ ਉਹ ਰਾਜੇ ਮਹਾਰਾਜੇ ਹੈਗੇ ਆ। ਕਿਉਂਕਿ ਜੋ ਮਨਮਰਜ਼ੀ ਨਾਲ ਕੋਈ ਵੀ ਐਲਾਨ ਕਰ ਦੇਣਾ ਬਿਨਾਂ ਤਹਿਕੀਕਾਤ ਤੋਂ, ਬਿਨਾਂ ਮੀਟਿੰਗ ਕੀਤਿਆਂ, ਬਿਨਾਂ ਉਹਦੇ ਰੈਪਰਕਸ਼ਨ ਸੋਚਿਆਂ, ਉੱਥੇ ਤੁਰੇ ਜਾਂਦੇ ਹਾਂਜੀ ਕਰ ਦਿਓ ਜੀ, ਹੋ ਗਿਆ ਜੀ, ਲਓ ਜੀ, ਫੜ ਲਓ ਜੀ। ਇਹ ਜਿਹੜੀ ਚੀਜ਼ ਠੀਕ ਨਹੀਂ, ਜਿਹਦੇ ਕਰਕੇ ਮੂੰਹ ਦੀ ਖਾਣੀ ਪੈਂਦੀ ਆ। ਹੁਣ ਪੰਚਾਇਤਾਂ ਬਾਰੇ ਤੇ ਜੋ ਵੀ ਉਹਨਾਂ ਦੇ ਆਰਗੂਮੈਂਟ ਸੀ ਉਹ ਤੇ ਸਾਰੇ ਪਹਿਲਾਂ ਹੀ ਲੋਕਾਂ ਨੇ, ਕੋਰਟ ਨੇ ਵੀ ਤੇ ਲੋਕਾਂ ਨੇ ਵੀ, ਪੰਚਾਇਤਾਂ ਨੇ ਵੀ, ਵੱਡੇ ਹਿੱਸੇ ਦੇ ਪੰਚਾਇਤਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਤੁਸੀਂ ਕਿਵੇਂ ਕਹਿ ਸਕਦੇ ਕਿ ਸਾਰੀਆਂ ਪੰਚਾਇਤਾਂ ਜਿਹੜੀਆਂ ਉਹ ਭ੍ਰਸ਼ਟ ਆ, ਉਹ 1000 ਕਰੋੜ ਰੁਪਈਆ ਖਰਚਣਾ ਸੀ, ਉਹ ਅਸੀਂ ਇਹ ਨਹੀਂ ਕਰ ਸਕਦੇ, ਖਾ ਜਾਣਗੇ। ਤੇ ਹੁਣ ਸਰਕਾਰ ਦੇ ਜਿਹੜੇ ਐਡਮਿਨਿਸਟ੍ਰੇਟਰ ਲਾਏ ਆ ਉਹ ਇਸ ਨੂੰ ਸਹੀ ਇਸਤੇਮਾਲ ਕਰਨਗੇ। ਇਹੋ ਜਿਹਾ ਪ੍ਰਚਾਰ ਕਰਕੇ ਤੇ ਸਾਰੀਆਂ ਪੰਚਾਇਤਾਂ ਤੋੜੀਆਂ ਗਈਆਂ ਸੀ। ਹੁਣ ਉਹ ਤੁਸੀਂ ਭੁੱਲਰ ਉਹਨਾਂ ਦਾ ਵੀ ਸੁਣ ਲਿਆ ਹੋਣਾ, ਉਹ ਤੇ ਹੋਰ ਗੱਲ ਕਰਦੇ ਆ, ਬੰਦੇ ਬਿਜ਼ੀ ਸੀਗੇ, ਫਿਰ ਉੱਥੇ ਹੋ ਗਿਆ, ਅਸੀਂ ਚਾਹੁੰਦੇ ਸੀ ਲਿਸਟਾਂ ਵੇਲੇ ਸਿਰ ਬਣ ਜਾਣ, ਆਹ ਹੋ ਜੇ, ਇਹ ਕੰਮ ਸ਼ੁਰੂ ਕੀਤਾ ਸੀਗਾ। ਕੋਈ ਗੱਲ ਦਾ ਸਿਰ ਨਹੀਂ ਮੂੰਹ ਨਹੀਂ, ਤੁਸੀਂ ਸਿੱਧਾ ਕਹੋ ਕਿ ਅਸੀਂ ਕਾਲ ਨਾਲ ਐਲਾਨ ਕੀਤਾ ਆ, ਉਹ ਬਿਲਕੁਲ ਗੈਰ ਸੰਵਿਧਾਨਕ ਆ, ਕਾਨੂੰਨ ਦੇ ਉਲਟ ਆ, ਤੇ ਵੈਸੇ ਵੀ ਡੈਮੋਕ੍ਰੇਟਿਕ ਵੈਲਿਊਜ਼ ਜਿਹੜੀਆਂ ਸਾਡੀਆਂ ਉਹਦੇ ਵੀ ਉਲਟ ਹੈਗਾ। ਜਦ ਧਾਰਾ 356 ਦੀ ਜਿਹੜਾ ਕਿ ਬਨਵਾਰੀ ਲਾਲ ਪੁਰੋਹਿਤ ਹੋਣਾ ਨੇ ਇਹਨਾਂ ਨੂੰ ਕਹਿ ਕੇ ਧਮਕੀ ਦਿੱਤੀ ਸੀ, ਉਹਦੀ ਸਾਰੇ ਪੰਜਾਬ 'ਚ ਤੇ ਦੇਸ਼ 'ਚ ਭਰਸਨਾ ਹੋਈ, ਅਸੀਂ ਵੀ ਕੀਤੀ। ਔਰ ਖਾਸ ਕਰਕੇ ਭਗਵੰਤ ਮਾਨ ਹੋਣਾ ਨੇ ਤੇ ਕਿਹਾ ਕਿ ਇਹ ਸਾਰੇ ਪੰਜਾਬ ਦੇ ਲੋਕਾਂ ਦੀ ਤੋਹੀਨ ਆ, ਵੋਟਰਾਂ ਦੀ ਤੋਹੀਨ ਆ, ਜਿਹੜੀ ਚੁਣੀ ਹੋਈ ਸਰਕਾਰ ਨੂੰ ਇੰਜ ਧਮਕੀ ਦੇਣਾ, ਇਹ ਸਾਡੀ ਡੈਮੋਕ੍ਰੇਸੀ ਤੇ ਸਾਡੇ ਸੰਵਿਧਾਨ ਨੂੰ ਵੀ ਇੱਕ ਕਿਸਮ ਦੀ ਧਮਕੀ ਹੈ। ਇਹ ਖਤਰੇ ਤੋਂ ਖਾਲੀ ਨਹੀਂ, ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇੱਕ ਉੱਚੇ ਅਹੁਦੇ ਤੇ ਬੈਠ ਕੇ ਬਨਵਾਰੀ ਲਾਲ ਪੁਰੋਹਿਤ ਹੋਣਾ ਨੂੰ, ਜਿਹੜੇ ਕਿ ਸਾਡੇ ਗਵਰਨਰ ਆ ਪੰਜਾਬ ਦੇ। ਹੁਣ ਉਹ ਗੱਲ ਤੇ ਠੀਕ ਲੱਗਦੀ ਆ ਜਦੋਂ ਆਪ ਕੀਤਾ, ਹੁਣ ਉਸੇ ਗੱਲ ਤੇ ਬਨਵਾਰੀ ਲਾਲ ਪੁਰੋਹਿਤ ਦੀ ਜਗ੍ਹਾ ਹੁਣ ਆਪ ਬੈਠ ਗਏ। ਇਹ ਗੱਲ ਬੁਰੀ ਬਹੁਤ ਲੱਗੂਗੀ, ਕਿਉਂਕਿ ਉਹਨਾਂ ਦਾ ਆਪਸ ਵਿੱਚ ਰੋਜ਼ ਤਾਨੇ ਮਿਹਣੇ ਹੈ ਨਾ, ਤੂੰ ਮੈਂ ਸਾਰਾ ਕੁਝ ਚੱਲਦਾ। ਉਹ ਵੀ ਮਾੜੀ ਗੱਲ ਹੈ, ਨਹੀਂ ਹੋਣਾ ਚਾਹੀਦਾ। ਆਪੋ ਆਪਣਾ ਕੰਮ ਕਰੋ, ਕੀ ਲੋੜ ਆ ਕਿਸੇ ਨੂੰ ਅੱਜ ਤੁਸੀਂ ਇੱਥੇ ਕੱਲ ਨੂੰ ਉੱਥੇ ਕੀ ਪਤਾ ਲੱਗਦਾ। ਪਰ ਚਲੋ ਉਹ ਹੁਣ ਕਿਉਂਕਿ ਉਹਨਾਂ ਦਾ ਨਿੱਜੀ ਫੈਸਲਾ, ਨਿੱਜੀ ਚੋਇਸ ਆ, ਮਜ਼ੇ ਕਿਵੇਂ ਲੈਣੇ ਆ, ਕੰਮ ਕਰਕੇ ਲੈਣੇ ਆ ਜਾਂ ਇੱਕ ਦੂਜੇ ਨਾਲ ਲੜਾਈ ਕਰਕੇ ਲੈਣੇ ਆ, ਇਹ ਤੇ ਉਹਨਾਂ ਦੇ
अपने फैसला उन्होंने करना। पर इस वेले बिल्कुल ਉਹੀ बनवारी लाल प्रोहित होना वाली जगह भगवंत मान खड़े हो गए तो उन्होंने फैसला वापस लेना पिया। हुण फैसला ਤੇ ਵਾਪਸ ਪਿਛਲੀ ਤਰੀਕ ਤੇ ਹੀ ਸੀ, ਹੋ ਗਿਆ ਸੀ। ਜੀ ਇਹ ਜਿਹੜਾ ਹੁਣ ਕੱਲ ਹੋਇਆ ਆ ਉਹ ਤੇ ਇੱਕ ਕਿਸਮ ਦੀ ਮੋਹਰ ਹੀ ਲੱਗਣੀ ਸੀਗੀ, ਕਿਉਂਕਿ ਕਾਗਜ਼ ਪੱਤਰੀ ਇਹਨਾਂ ਕੋਲ ਆਈ ਨਹੀਂ ਸੀਗੀ। ਹੁਣ ਇਹ ਤੋਂ ਪਹਿਲਾਂ ਕਿ ਕੋਈ ਸਿੱਧਾ ਸਿੱਧਾ ਉਸ ਤਰੀਕੇ ਨਾਲ ਕਹੇ, ਉਹਨਾਂ ਨੇ ਮੰਨ ਲਿਆ ਕਿ ਆਪਾਂ ਇਹ ਜਿਹੜਾ ਗਲਤ ਹੋ ਗਿਆ, ਕੋਰਟ ਵਿੱਚ ਮੰਨ ਲਈਏ ਗੱਲ ਤੇ ਔਰ ਇਹ ਕਹਿਤਾ ਕਿ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਆਪਣੀ ਕੀਤੀ ਜਿਹੜੀ ਨੋਟੀਫਿਕੇਸ਼ਨ ਜਾਰੀ ਆ ਉਸ ਨੂੰ ਕੈਂਸਲ ਕਰਕੇ ਅਸੀਂ ਦੁਬਾਰਾ ਪੰਚਾਇਤਾਂ ਬਹਾਲ ਕਰਾਂਗੇ ਔਰ ਪੰਚਾਇਤਾਂ ਰਾਹੀਂ ਹੀ ਜਿਹੜਾ ਸ਼ੱਕ ਕੀਤਾ ਗਿਆ ਸੀਗਾ ਫੰਡ ਖਰਚਣ ਦਾ ਉਹ ਉਹਨਾਂ ਰਾਹੀਂ ਖਰਚਾਂਗੇ। ਜੇ ਕੋਈ ਸ਼ੱਕੀ ਸਰਪੰਚ ਹੋਊਗਾ ਉਹਨੂੰ ਬਥੇਰਾ ਕਾਨੂੰਨ ਤੁਹਾਡੇ ਕੋਲ ਹੈਗਾ, ਵਿਜੀਲੈਂਸ ਤੇ 24 ਘੰਟੇ ਬੈਠੀ ਆ, ਉਹਦੇ ਬਾਜ ਆ, ਇਹਦੇ ਅੱਖ ਬਾਜ ਦੀ ਅੱਖ ਵਾਂਗੂ ਸਾਰਿਆਂ ਨੂੰ ਦੂਰੋਂ ਦੂਰੋਂ ਦੇਖਦੀ ਆ। ਔਰ ਤੁਸੀਂ ਆਪਣੀ ਲਿਸਟ ਬਣਾ ਲਓ, ਵਿਜੀਲੈਂਸ ਨੂੰ ਦੇ ਦਿਓ, ਤਹਿਕੀਕਾਤ ਹੋ ਜੂਗੀ। ਜੇ ਕੋਈ ਹੋਊਗਾ ਤੇ ਉਹ ਕਾਣੋ ਜਿਹੜੀ ਆ ਉਹ ਨਿਕਲ ਜਾਊਗੀ। ਪਰ ਹੁਣ ਇੱਕ ਗੱਲ ਤੇ ਸਾਫ਼ ਆ ਕਿ ਇਸ ਗੱਲ ਤੋਂ ਜਿਹੜਾ ਇਹ ਬਹੁਤ ਵੱਡਾ ਝਟਕਾ, ਮੇਰਾ ਖਿਆਲ ਹੈ ਕਿ ਇਹਨਾਂ ਦੀ ਟੈਨਿਓਰ ਦਾ ਸਭ ਤੋਂ ਵੱਡਾ ਝਟਕਾ ਇਹੀ ਹੈ ਕਿ ਉਹ ਪਹਿਲਾਂ ਛੋਟੇ ਲੈਵਲ ਤੇ ਗੱਲਾਂ ਸੀ, ਇੰਡੀਵਿਜੂਅਲ ਲੈਵਲ ਤੇ ਗੱਲਾਂ ਸੀ, ਪਿੰਡਾਂ ਲੈਵਲ ਤੇ ਗੱਲ, ਇਹ ਪੈਨ ਪੰਜਾਬ ਸਾਰੇ ਪੰਜਾਬ ਦੀਆਂ 13,000 ਤੋਂ ਉੱਪਰ ਪੰਚਾਇਤਾਂ ਆ, ਉਹ ਸਾਰਿਆਂ ਨੂੰ ਇੱਕੋ ਰੱਸੇ 'ਚ ਬੰਨ੍ਹਤਾ ਸੀ ਜਿਹੜਾ ਤੇ ਉਹ ਦੁਬਾਰਾ ਛੁੱਟ ਗਈਆਂ ਔਰ ਆਜ਼ਾਦ ਹੋ ਗਈਆਂ, ਬਹਾਲ ਹੋ ਗਈਆਂ। ਜੋ ਉਹਨਾਂ ਦੇ ਵਿੱਚ ਖੁਸ਼ੀ ਹੋਊਗੀ, ਜੋ ਉਹਨਾਂ ਦੇ ਵਿੱਚ ਇੱਕ ਆਤਮ ਸਨਮਾਨ ਜਾਗਿਆ ਹੋਊਗਾ ਕਿ ਜੋ ਉਹਨਾਂ ਦੇ ਉੱਤੇ ਲੱਗੀ ਤੇ ਸੀਗੀ, ਚੋਟ ਤੇ ਲੱਗੀ ਸੀਗੀ, ਉਹ ਜੋ ਬਹਾਲ ਹੋਇਆ ਉਸ ਦਾ ਖਮਿਆਜਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਭਗਵੰਤ ਮਾਨ ਦੀ ਪਾਰਟੀ ਨੂੰ ਭੁਗਤਣਾ ਪੈ ਸਕਦਾ, ਜਿਹੜੀ 2024 ਚ ਚੋਣ ਆਉਣ ਵਾਲੇ ਸਾਲ ਤੇ ਜਨਰਲ ਇਲੈਕਸ਼ਨ ਆ ਰਹੀ ਹੈ। ਕੀਤਾ ਤੇ ਸੀ ਉਹਦੇ ਚ ਲਾਹਾ ਲੈਣ ਲਈ ਤੇ ਇਹ ਸਮਝਿਆ ਕਿ ਸ਼ਾਇਦ ਅਸੀਂ ਦੂਜਿਆਂ ਨਾਲੋਂ ਬੜੇ ਚਲਾਕ ਆ, ਬੜੇ ਹੁਸ਼ਿਆਰ ਆ, ਤੇਜ਼ੀ ਨਾਲ ਇਹ ਕੰਮ ਸਿੱਖੇ ਤੇ ਇਹਨਾਂ ਨੇ ਆਪਣੇ ਬੌਸ ਕੇਜਰੀਵਾਲ ਤੋਂ ਹੀ ਜ਼ਿਆਦਾ ਇਹੋ ਜਿਹੀਆਂ ਚਲਾਕੀਆਂ ਜਿਹੜੀਆਂ ਨਾ, ਚੁਸਤੀਆਂ ਚਲਾਕੀਆਂ, ਪਰ ਉਹ ਕਈ ਵਾਰੀ ਬਹੁਤ ਮਹਿੰਗੀਆਂ ਪੈ ਜਾਂਦੀਆਂ। ਉਹ ਮਹਿੰਗੀ ਇਸ ਕੇਸ ਦੇ ਵਿੱਚ ਤੇ ਘੱਟੋ ਘੱਟ ਸੁਖਵਿੰਦਰ ਪੈ ਗਈ। ਇਹ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਦੂਜਿਆਂ ਨੂੰ ਦੋਸ਼ ਦੇਣ ਦੀ ਜਗ੍ਹਾ ਪਹਿਲਾਂ ਆਪਣੀ ਵੀ ਜ਼ਿੰਮੇਵਾਰੀ ਲਓ। ਤੁਸੀਂ ਵੀ ਕਹੋ ਕਿ ਮੈਂ 7 ਕੁ ਦਿਨ ਚੀਫ ਮਿਨਿਸਟਰੀ ਤੋਂ ਰਿਜ਼ਾਈਨ ਕਰਦਾ, ਕਿਸੇ ਹੋਰ ਨੂੰ ਲਾ ਦਿੰਦਾ, ਕੋਈ ਬਥੇਰੇ ਬੰਦੇ ਆ ਕਿਸੇ ਨੂੰ ਲਾ ਦੇਣ, ਇਹ ਮੈਂ ਆਪਣੇ ਆਪ ਨੂੰ ਵੀ ਸਜ਼ਾ ਦਿੰਦਾ ਔਰ ਉਦੋਂ ਬਾਅਦ ਫਿਰ ਠੀਕ ਹੈ ਕਾਰਜਕਾਰੀ ਤੌਰ ਤੇ ਮਤਲਬ ਸਿੰਬੋਲਿਕ ਤੌਰ ਤੇ ਇੰਜ ਕਰ ਦੇਣ, ਪੂਰਾ ਰਿਜ਼ਾਈਨ ਨਾ ਦੇਣ, ਐਡੀ ਵੱਡੀ ਗਲਤੀ ਨਹੀਂ ਹੈ। ਵੈਸੇ ਤੇ ਇਹੋ ਜਿਹੇ ਕਈ ਵਾਰੀ ਜਦੋਂ ਵੱਡੀਆਂ ਗਲਤੀਆਂ ਲਗਾਤਾਰ ਹੁੰਦੀਆਂ ਕੇਂਦਰ ਦੇਖਦਾ, ਕੇਂਦਰ ਦਾ ਮਤਲਬ ਇਹਨਾਂ ਤੇ ਕੇਜਰੀਵਾਲ ਦੇ ਜਿਹੜੇ ਸਾਰੀ ਲੀਡਰਸ਼ਿਪ ਆ ਉਹ ਦੇਖਦੀ ਆ ਤੇ ਜਿਨ੍ਹਾਂ ਨੇ ਫਿਰ ਕਿੜ ਕੱਢਣੀ ਆ ਇਹੋ ਜਿਹਾ ਮੌਕਾ ਲਾ ਕੇ ਕੱਢ ਵੀ ਲੈਂਦੇ ਆ। ਉਸ ਗੱਲ ਦੀ ਵੀ ਭਗਵੰਤ ਮਾਨ ਹੁਣਾਂ ਨੂੰ ਥੋੜੀ ਜਿਹੀ ਮਨ ਵਿੱਚ ਸੋਚ ਲੈਣੀ ਚਾਹੀਦੀ ਆ ਕਿ ਉਹਨਾਂ ਦੇ ਉੱਪਰ ਵੀ ਬੈਠੇ ਆ ਜਿਹੜੇ ਥੱਲੇ ਵਾਲੀ ਰਾਜਨੀਤੀ ਨੂੰ ਹੋਰ ਆਪਣੇ ਹੱਥ 'ਚ ਸਟਰੋਂਗਲੀ ਕਰਨਾ ਚਾਹੁੰਦੇ ਆ। ਭਗਵੰਤ ਮਾਨ ਟੋਟਲ ਲਾਇਲ ਉਹਨਾਂ ਦੇ ਜਾਂ ਭਰੋਸੇਯੋਗ ਉਸ ਕਿਸਮ ਦੇ ਨਹੀਂ ਹੈ, ਜੇ ਹੁੰਦੇ ਤੇ ਉਹ ਸ਼ਾਇਦ ਸ਼ੁਰੂ 'ਚ ਹੀ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਆਪਣਾ ਲੀਡਰ ਮੰਨ ਕੇ ਅੱਗੇ ਚੱਲਦੇ। ਇਹ ਗੱਲਾਂ ਇਹ ਕਿੱਧਰ ਨੂੰ ਮੋੜ ਲੈਣਗੀਆਂ ਜਾਂ ਉਹਨਾਂ ਦੇ ਅੰਦਰੂਨੀ ਸੰਕਟ ਦੇ ਉੱਤੇ ਕਿੰਨਾ ਕੁ ਅਸਰ ਹੋਊਗਾ ਉਹ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਦੋ ਬੰਦਿਆਂ ਤੇ, ਇੱਕ ਜਿਹੜੇ ਡਾਇਰੈਕਟਰ ਪੰਚਾਇਤ ਹੈ ਤੇ ਦੂਜਾ ਪ੍ਰਿੰਸੀਪਲ ਸੈਕਟਰੀ ਪੰਚਾਇਤ ਦੇ ਮਹਿਕਮੇ ਦੇ, ਦੋਵਾਂ ਦੇ ਉੱਤੇ ਤੇ ਗਾਜ ਤਿਵਾੜੀ ਸਾਹਿਬ ਤੇ ਡੀਕੇ ਤਿਵਾੜੀ ਸਾਹਿਬ ਦੇ ਉੱਤੇ ਤੇ ਕੋਈ ਖਹਿਰਾ ਜੀ ਹੈਗੇ ਆ ਉਹਨਾਂ ਦੇ ਉੱਤੇ ਤੇ ਗੇਰੀ ਗਈ ਹੈ। ਪਰ ਸਸਪੈਂਸ਼ਨ ਜਿਹੜੀ ਸਰਕਾਰੀ ਡਿਊਟੀ ਦੇ ਵਿੱਚ ਕੋਈ ਉਹਨੂੰ ਪਨਿਸ਼ਮੈਂਟ ਨਹੀਂ ਮੰਨਦੇ, ਉਹਨੂੰ ਮੰਨਦੇ ਆ ਕਿ ਠੀਕ ਹੈ ਕੋਈ ਕਤਾਈ ਹੋਈ ਥੋੜੀ ਰੈਪਰੀਮੈਂਡ ਆ, ਜਾਨੀ ਘੁਰਕੀ ਹੈ, ਇੰਜੀ ਮੰਨਦੇ ਆ। ਜਾਂ ਜੇ ਕੋਈ ਉਦੋਂ ਬਾਅਦ ਸਜ਼ਾ ਹੋ ਜਾਏ ਇਨਕੁਆਇਰੀ ਦੇ ਬਾਅਦ ਫਿਰ ਤੇ ਉਹ ਤੇ ਉਹਨਾਂ ਨੂੰ ਬਲੈਕ ਲਿਸਟ ਮੰਨਿਆ ਜਾਂਦਾ, ਸਰਵਿਸ ਦੇ ਵਿੱਚ ਉਸ ਨੂੰ ਕਾਲਾ ਦਾਗ ਮੰਨਿਆ ਜਾਂਦਾ। ਅਦਰਵਾਈਜ਼ ਸਸਪੈਂਸ਼ਨ ਜਦੋਂ ਬਹਾਲ ਹੋ ਜਾਂਦਾ ਬੰਦਾ ਤੇ ਉਸ ਨੂੰ ਕੋਈ ਬਹੁਤਾ ਉਹ ਲੀਗਲ ਤੌਰ ਦੇ ਉੱਤੇ ਕੋਈ ਬਹੁਤੀ ਸਜ਼ਾ ਦੇ ਤੌਰ ਤੇ ਉਹਨੂੰ ਨਹੀਂ ਦੇਖਿਆ ਜਾਂਦਾ। ਹਾਂਜੀ ਪਰ ਪ੍ਰੋਫੈਸਰ ਜਦੋਂ ਕਈ ਵਾਰੀ ਇਹ ਕਹਿ ਦਿੱਤਾ ਜਾਂਦਾ ਨਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪ ਨਹੀਂ ਕਰ ਰਹੇ, ਇਹਨਾਂ ਤੋਂ ਕਰਾਇਆ ਜਾ ਰਿਹਾ ਹੈ ਜਾਂ ਪਿੱਛੋਂ ਕੋਈ ਸਰਕਾਰ ਨੂੰ ਚਲਾ ਰਿਹਾ, ਕੀ ਇਹ ਕਹਿਣਾ ਵਾਜਬ ਹੈ? ਮਤਲਬ ਕਿ ਇਹ ਤਾਂ ਹੈ ਨਹੀਂ ਕਿ ਇਹ ਬੱਚੇ ਨੇ ਤੇ ਇਹਨਾਂ ਨੂੰ ਸਭ ਕੁਝ ਕਰਵਾਇਆ ਜਾ ਰਿਹਾ ਤੇ ਆਪ ਕਹਿੰਦੇ ਨੇ ਮੇਰੇ ਹੱਥ ਦੇ ਵਿੱਚ ਹਰਾ ਪੈਨ ਹੈ, ਮੈਂ ਆਹ ਫੈਸਲੇ ਕਰਦੇ ਨੇ ਉਹ ਫੈਸਲੇ ਕਰਦੇ ਨੇ। ਪਰ ਜੇ ਇਹ ਸਾਰਾ ਕੁਝ ਹੋ ਰਿਹਾ ਕੀ ਇਹਦੇ ਵਿੱਚ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਨੇ ਜਾਂ ਫਿਰ ਅਫਸਰਸ਼ਾਹੀ ਜ਼ਿੰਮੇਵਾਰ ਹੈ ਜਾਂ ਫਿਰ ਉਹਦੇ ਨਾਲ ਉਸ ਮਹਿਕਮੇ ਦੇ ਮੰਤਰੀਆਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਤੇ ਮਿਸਗਾਈਡ ਤਾਂ ਨਹੀਂ ਕੀਤਾ ਜਾਂ ਫਿਰ ਤੁਹਾਨੂੰ ਮਿਸਗਾਈਡ ਕਿੰਨੇ ਕਰ ਦਿੱਤਾ ਜਾਂ ਫਿਰ ਕੀ ਤੁਸੀਂ ਇੰਨੇ ਕੁ ਨਾਕਾਮ ਸਾਬਤ ਹੋਏ ਆਪਣੇ ਅਹੁਦੇ ਤੇ ਰਹਿ ਕੇ? ਜ਼ਿੰਮੇਵਾਰੀ ਸਿਰਫ ਇੱਥੇ ਤੱਕ ਆ ਕਿ ਤੁਸੀਂ ਆਈਏਐਸ ਅਫਸਰ ਸਸਪੈਂਡ ਕਰ ਦਿਓ
ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਦੇ ਬਾਰੇ ਤਾਂ ਦੱਸਣਾ ਪੈਣਾ ਨਾ, ਆਖਿਰਕਾਰ ਸਟੇਟ ਚਲਾਉਣੀ ਹੈ, ਕੀ ਉਹ ਇਸ ਮਤਲਬ ਕਿ ਸਟੇਟ ਚਲਾਉਣ ਦੇ ਕਾਬਿਲ ਹੈ ਜਾਂ ਨਹੀਂ। ਜਿਵੇਂ ਤੁਸੀਂ ਕਿਹਾ ਕਿ ਤਿਆਰ ਤਾਂ ਬੜੇ ਬੈਠੇ ਨੇ ਕਿ ਪਿੱਛੋਂ ਸਾਨੂੰ ਕੋਈ ਮੁੱਖ ਮੰਤਰੀ ਬਣਾ ਦੇ, ਜਾਂ ਕੋਈ ਜੀ ਹਜ਼ੂਰੀ ਕਰਨ ਵਾਲੇ ਵੀ ਬੈਠੇ ਨੇ ਕਿ ਅਸੀਂ ਜਾ ਕੇ ਦਿੱਲੀ ਦਾ ਪਾਣੀ ਭਰ ਦਈਏ, ਕੀ ਪਤਾ ਲੱਗਦਾ ਸਾਡੇ ਹੱਥ ਕੁਰਸੀ ਲੱਗ ਜੇ। ਇਸ ਨੂੰ ਮਤਲਬ ਕਿ ਸੀਰੀਅਸ ਕਦੋਂ ਲਿਆ ਜਾਏਗਾ ਇਸ ਕੁਰਸੀ? ਉਹ ਪਾਣੀ ਭਰਨ ਵਾਲੇ ਤਾਂ ਉਦੋਂ ਵੀ ਭਰੀ ਗਏ ਜਦੋਂ ਦਿੱਲੀ ਚ ਹੜ ਆਇਆ ਸੀ, ਜਦੋਂ ਪਾਣੀ ਦੀ ਲੋੜ ਨਹੀਂ ਸੀਗੀ। ਉਹ ਪਾਣੀ ਭਰਨ ਵਾਲੇ ਲਗਾਤਾਰ ਪਾਣੀ ਪਹੁੰਚਾਈ ਜਾਂਦੇ ਹੁੰਦੇ ਆ, ਉਹ ਤੁਸੀਂ ਛੱਡੋ ਸੱਤਾ ਦੇ ਵਿੱਚ। ਮੈਂ ਤੇ ਕਹਿੰਦਾ ਕਿ ਜੋ ਪੋਜੀਸ਼ਨ ਕਲੀਅਰਲੀ ਲੱਗਦੀ ਹੈ, ਉਹ ਭਗਵੰਤ ਮਾਨ ਨੂੰ ਆਪਣੇ ਹਿੱਤ ਵਿੱਚ ਵੀ, ਆਪਣੀ ਚੀਫ ਮਿਨਿਸਟਰੀ ਦੇ ਹਿੱਤ ਵਿੱਚ ਵੀ ਲੋਕਾਂ ਦੇ ਨਾਲ ਰਹਿਣਾ ਚਾਹੀਦਾ, ਤਾਂ ਹੀ ਰਹਿਣਗੇ। ਜਿੱਦਣ ਲੋਕ ਕੇਂਦਰ 'ਚ ਇਹ ਖਬਰ ਚਲੇ ਗਈ ਕਿ ਥੱਲੇ ਇਹਨਾਂ ਦੇ ਵਿਰੋਧ ਤੇ ਰੋਸ ਜਾਗ ਰਿਹਾ, ਇਹ ਪੁੱਠੇ ਕੰਮ ਤੇ ਕਰਨੇ ਸ਼ੁਰੂ ਕਰੇ ਦਿੱਤੇ ਆ। ਇੱਕ ਤੇ ਪੰਚਾਇਤਾਂ ਵਾਲਾ ਏਡਾ ਵੱਡਾ ਪੰਗਾ ਕੀ ਹੁਣ ਇਹ ਆਪਣਾ, ਇਹ ਤੇ ਸਾਰਿਆਂ ਨੂੰ ਪਤਾ ਆ ਕਿ ਕਿਵੇਂ ਹੋਇਆ ਕਿੱਦਾਂ ਨਹੀਂ ਹੋਇਆ। ਭਗਵੰਤ ਮਾਨ ਤੋਂ ਬਗੈਰ ਤਾਂ ਨਹੀਂ ਹੋਇਆ ਹੈ। ਪਹਿਲਾਂ ਤੇ ਜਾ ਕੇ ਡਿਫੈਂਸ ਦੇਣ ਦੀ ਕੋਸ਼ਿਸ਼ ਹੀ ਕੀਤੀ ਨਾ। ਹੁਣ ਬਾਅਦ ਵਿੱਚ ਜਿਸ ਤਰ੍ਹਾਂ ਹੁੰਦਾ ਕਿ ਚਲੋ ਹੁਣ ਆਪਣਾ ਨਜ਼ਲਾ ਦੂਜਿਆਂ ਤੇ ਝਾੜ ਦਿਓ, ਉਹਦੇ 'ਚ ਕੀ ਹੈਗਾ। ਇਸੇ ਤਰੀਕੇ ਨਾਲ ਜਿਹੜਾ ਹੁਣ ਅਗਲੀਆਂ ਖਬਰਾਂ ਵੀ ਆ ਜਿਹੜੀਆਂ ਆ ਰਹੀਆਂ, ਉਹ ਵੀ ਆਪਾਂ ਡਿਸਕਸ ਕਰਾਂਗੇ। ਉਹ ਵੀ ਇਸੇ ਲਾਈਨ 'ਚ ਹੀ ਹੈ, ਜਿਹੜਾ ਐਸਮਾ ਲਾਉਣਾ। ਕਦੀ ਐਸਮਾ ਲੱਗਦਾ ਤੁਸੀਂ ਸੁਣਿਆ ਕਦੇ? ਉਹ ਤੇ ਕਿਤੇ ਬਹੁਤ ਹੀ ਐਮਰਜੈਂਸੀ ਸਿਚੁਏਸ਼ਨ ਹੋਵੇ, ਜਿਸ ਤਰ੍ਹਾਂ ਪਾਣੀ ਦਾ ਮਹਿਕਮਾ, ਬਿਜਲੀ ਦਾ ਮਹਿਕਮਾ, ਡਾਕਟਰ ਲੰਬੀ ਤੇ ਸਟ੍ਰਾਈਕ ਤੇ ਚਲੇ ਜਾਣ, ਉਦੋਂ ਕਈ ਵਾਰੀ ਇਹੋ ਜਿਹੇ ਪੋਲਿਟਿਕਸ ਦੇ ਵਿੱਚ ਐਸਮਾ ਲੱਗਦਾ। ਤੁਸੀਂ ਆਪ ਹੀ ਲੋਕਾਂ ਨਾਲੋਂ ਇੰਨਾ ਨਿਖੜਦੇ ਰਹੋਗੇ ਤੇ ਕੇਂਦਰ ਵਾਲੇ ਜਿਹੜੇ ਲੋਕ ਆ, ਜਿਹੜੇ ਇਹਨਾਂ ਦੇ ਉੱਪਰ ਲੀਡਰ ਬੈਠੇ ਆ, ਉਹ ਚਾਹੁੰਦੇ ਆ ਕਿ ਬਿਲਕੁਲ ਹੀ ਔਰ ਬਿਨਾਂ ਬੈਕਬੋਨ ਤੋਂ ਕੋਈ ਉਹਨਾਂ ਦਾ ਆਪਣਾ ਹੀ ਹੱਥ ਠੋਕਾ, ਜਿਹੜਾ ਜਾਣੀ ਰੋਟੀ ਖਾਣ ਤੋਂ ਪਹਿਲਾਂ ਵੀ ਇੱਕ ਵਾਰੀ ਉਹਨਾਂ ਦਾ ਪਾਠ ਪੂਜਾ ਕਰੇ, ਅੱਗੇ ਫੋਟੋ ਰੱਖ ਕੇ, ਤੇ ਬਾਅਦ ਵਿੱਚ ਇਹ ਦੱਸੇ ਕਿ ਮੈਂ ਰੋਟੀ ਖਾ ਲਈ ਆ, ਤੇ ਇੱਕ ਵਾਰੀ ਫੇਰ ਜਾਣੀ ਜੋ ਵੀ ਕਰਨਾ ਪੂਰਾ ਵੀ ਜੋ ਵੀ ਕੁਝ ਕਰਨਾ, ਹੁਣ ਮੈਂ ਸੌਣ ਲੱਗਾ ਗੁੱਡ ਈਵਨਿੰਗ ਜੀ, ਗੁੱਡ ਨਾਈਟ ਜੀ, ਇੰਜ ਕਰਕੇ ਸੌਵੇਂ। ਇੰਨਾ ਜ਼ਿਆਦਾ ਉਹ ਥੱਲੇ ਲੱਗਾ ਹੋਵੇ। ਉਹ ਇਹੋ ਜਿਹੇ ਬੰਦੇ ਕੇਂਦਰ ਵਾਲੇ ਚਾਹੁੰਦੇ, ਖਾਸ ਕਰਕੇ ਕੇਜਰੀਵਾਲ ਹੋਣਾ ਦੀ ਜਿਹੋ ਜੀ ਮਾਨਸਿਕਤਾ ਹੈਗੀ, ਇਹ ਬਿਲਕੁਲ ਉਸ ਤਰੀਕੇ ਨਾਲ ਇਹ ਪੂਰਾ ਨਹੀਂ ਉਹਨਾਂ ਦੇ ਮਾਪਦੰਡਾਂ ਦੇ ਉੱਤਰਦੇ। ਉਹ ਇਹ ਮਾੜੀ ਮੋਟੀ ਹੱਡੀ ਬੈਕਬੋਨ ਇਹਨਾਂ ਦੀ ਹੈਗੀ, ਇਸੇ ਕਰਕੇ ਇਹਨਾਂ ਨੂੰ ਇਹ ਖਤਰਾ। ਅਸੀਂ ਤੇ ਇਹੀ ਗੱਲ ਕਹਿੰਦੇ ਆ ਕਿ ਤੁਸੀਂ ਉਹ ਲੋਕਾਂ ਨੂੰ ਜੇ ਨਾਲ ਰੱਖੋਗੇ ਤੇ ਉਹਨਾਂ ਦੀ ਹਿੰਮਤ ਨਹੀਂ ਪਊਗੀ। ਉਹਨਾਂ ਨੂੰ ਲੱਗੂਗਾ ਕਿ ਫਿਰ ਕੇਜਰੀਵਾਲ ਦੇ ਵਿਰੁੱਧ ਇੱਥੇ ਮਾਹੌਲ ਬਣੂਗਾ। ਪਰ ਜੇ ਤੁਸੀਂ ਖੁਦ ਉਹਨਾਂ ਦਾ ਕੰਮ ਆਪ ਹੀ ਕਰੀ ਜਾਓਗੇ, ਜਿਹੜਾ ਉਹਨਾਂ ਨੇ ਤੁਹਾਡੇ ਕੋਲ ਕਰਵਾਉਣਾ, ਤੇ ਫਿਰ ਤੁਹਾਡੇ ਵਾਲੇ ਜਿਹੜੇ ਸਵਾਲ ਆ ਉਹ ਤੇ ਪੁੱਛਣ ਗਿਣਨ ਵਾਲੇ ਦੇ ਹੈਗੇ ਹੀ ਆ ਵੀ ਕਿਵੇਂ ਹੁੰਦਾ। ਪਰ ਮੈਨੂੰ ਜੋ ਲੱਗਦਾ ਕਿ ਜਾਂ ਤੇ ਉਹ ਫਿਰ ਭਗਵੰਤ ਮਾਨ ਹੁਣ ਇਹ ਸੋਚ ਨਹੀਂ ਪਾ ਰਹੇ ਕਿ ਜਿੰਨੀ ਵੀ ਉਹਨਾਂ ਦੀ ਆ, ਜਾਂ ਉਹਨਾਂ ਨੂੰ ਕੋਈ ਹਵਾ ਦੇ ਕੇ ਇਹੋ ਜਿਹੀਆਂ ਗੱਲਾਂ ਕਰਵਾ ਰਿਹਾ, ਜਾਂ ਉਹ ਉਹਨਾਂ ਨੂੰ ਸੱਚੀ ਮੁੱਚੀ ਮਨ ਦੇ ਤੌਰ ਤੇ ਚੀਫ ਮਿਨਿਸਟਰੀ ਦਾ ਘਮੰਡ ਚੜ ਗਿਆ ਕਿ ਚੀਫ ਮਿਨਿਸਟਰ ਤੇ ਰਾਜਾ ਹੁੰਦਾ। ਉਹ ਕੋਈ ਗੱਲ ਥੋੜੀ ਆ, ਮੁੱਖ ਸੇਵਕ ਥੋੜੀ ਹੁੰਦਾ। ਉਹ ਕਿਹੜਾ ਉਹਦੇ ਕਾਨੂੰਨ ਬਣਾਉਂਦਾ, ਕਾਨੂੰਨ ਉਹਦੇ ਕੋ ਉੱਪਰ ਥੋੜੀ ਆ। ਜੋ ਮੂੰਹ ਕਹੂਗਾ, ਮੂੰਹ ਚੋਂ ਕਹੂਗਾ ਉਹੀ ਕਾਨੂੰਨ ਬਣ ਜਾਊਗਾ। ਜੇ ਇਹੋ ਜਿਹਾ ਘਮੰਡ ਆ ਗਿਆ ਤੇ ਇਹਦੇ ਨਾਲੋਂ ਵੱਡਾ ਆਤਮਘਾਤੀ ਜਾਂ ਆਤਮ ਹੱਤਿਆ ਕਰਨ ਵਾਲਾ ਕੋਈ ਸੋਚ ਹੋ ਨਹੀਂ ਸਕਦੀ। ਉਹਨਾਂ ਨੂੰ ਇਸ ਗੱਲ ਚੋਂ ਤੇ ਬਿਲਕੁਲ ਹੀ ਬਾਹਰ ਆ ਜਾਣਾ ਚਾਹੀਦਾ। ਕਿਉਂਕਿ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਦੂਜਿਆਂ ਨੂੰ ਇੱਕਦਮ ਸਸਪੈਂਡ ਕਰ ਦਿੱਤਾ, ਹੋ ਸਕਦਾ ਉਹਨਾਂ ਦੀ ਗਲਤੀ ਹੋਵੇ, ਇਹ ਤਾਂ ਨਹੀਂ ਹੈ। ਪਰ ਤੁਸੀਂ ਵੀ ਤੇ ਸਹਿਮਤੀ ਕੀਤੀ, ਤੁਸੀਂ ਵੀ ਤੇ ਆਪਣੀ ਗਲਤੀ ਮੰਨੋ ਕਿ ਤੁਸੀਂ ਵੀ ਤਹਿਕੀਕਾਤ ਪੂਰੀ ਨਹੀਂ ਕੀਤੀ। ਆਪਣੇ ਆਪ ਤੇ ਵੀ ਮਾੜੀ ਮੋਟੀ ਸਜ਼ਾ ਤੇ ਲੈਣੀ ਚਾਹੀਦੀ ਆ। ਆਫਟਰ ਆਲ ਜਦੋਂ ਕੋਈ ਵੀ ਗੱਲ ਹੁੰਦੀ ਹੈ ਤਾਂ ਜਿਹੜੀ ਅਲਟੀਮੇਟ ਜ਼ਿੰਮੇਵਾਰੀ ਚੀਫ ਮਿਨਿਸਟਰ ਦੀ ਹੁੰਦੀ ਹੈ, ਥੱਲੇ ਤੇ ਬਾਕੀ ਤੇ ਕਾਰਜਕਾਰੀ ਹੁੰਦੇ। ਜਿਵੇਂ ਜਿਵੇਂ ਚੀਫ ਮਿਨਿਸਟਰ ਕਹਿੰਦੇ ਆ, ਉਂਝ ਉਹ ਕਾਗਜ਼ ਫਾਈਲ ਪੱਤਰ ਲਈ ਆਉਂਦੇ ਆ। ਇਹਦੇ ਵਿੱਚ ਇਹਨਾਂ ਦੀ ਰਾਜਨੀਤਿਕ ਮਨਸ਼ਾ ਦੀ ਜਾਂ ਸੱਤਾ ਨੂੰ ਹੋਰ ਹਥਿਆਉਣ ਦੀ ਕੀ ਮਨਸ਼ਾ ਸੀ, ਉਹ ਕਿੱਥੇ ਦਿਖਦੀ ਸੀ? ਉਹ ਜਾਂ ਤੇ ਫਿਰ ਉਹ ਬੰਦੇ ਜਿਹੜੇ ਸਸਪੈਂਡ ਹੋਏ ਆ ਉਹ ਮੀਡੀਆ 'ਚ ਆ ਕੇ ਦੱਸਣ ਵੀ ਅਸੀਂ ਤੇ ਕਾਗਜ਼ਾਤ ਦਿੱਤੇ ਸੀ, ਅਸੀਂ ਤੇ ਕਿਹਾ ਨਹੀਂ ਸੀ ਇਹਨਾਂ ਨੂੰ ਕਰ ਦਿਓ, ਇਹਨਾਂ ਨੇ ਸਾਨੂੰ ਕਿਹਾ ਸੀ ਇੰਜ ਕਾਗਜ਼ ਬਣਾ ਦਿਓ, ਅਸੀਂ ਬਣਾਤੇ, ਉਹ ਕਾਗਜ਼ ਚੱਲੇ ਨਹੀਂ, ਫੇਲ ਹੋ ਗਏ, ਹੁਣ ਸਾਡੇ ਤੇ ਬੂਮਰੈਂਗ ਕਰ ਰਹੇ। ਜਾਂ ਉਹ ਆ ਕੇ ਕਹਿਣ, ਜੋ ਕਿ ਉਹ ਕਹਿਣਗੇ ਨਹੀਂ, ਤੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਅੱਜ ਸਸਪੈਂਡ ਕਰਤੇ ਆ। ਮਾੜੀ ਮੋਟੀ ਇਨਕੁਆਇਰੀ ਹੋਊਗੀ, ਫਿਰ ਉਹ ਬਹਾਲ ਹੋ ਜਾਣਗੇ, ਜਾਂ ਕੋਈ ਮਹਿਕਮੇ ਬਦਲ ਦਿੱਤੇ ਜਾਣਗੇ। ਬਸ ਹੋਰ ਕੀ ਹੋਣਾ, ਇਹ ਤੋਂ ਵੱਧ ਤੇ ਕੁਛ ਹੋਣਾ ਨਹੀਂ ਹੈਗਾ। ਪਰ ਅੰਦਰੂਨੀ ਤੌਰ ਤੇ ਇਹ ਸਾਫ਼ ਹੈਗਾ ਕਿ ਇਹਦੇ 'ਚ ਰਾਜਨੀਤੀ ਜ਼ਿਆਦਾ ਸੀ ਤੇ ਸਮਾਜਿਕ ਉਪਹਾਰ ਤੇ ਸੋਸ਼ਲ ਵੈਲਫੇਅਰ, ਜਿਹੜਾ ਲੋਕ ਕਲਿਆਣ, ਉਹਦੀ ਕੋਈ ਮਨਸ਼ਾ ਨਹੀਂ ਸੀ, ਜਿਸ ਦੇ ਕਲੇਮ ਕਰਕੇ ਇਹ ਹਾਈ ਕੋਰਟ ਦੇ ਵਿੱਚ ਕਿਹਾ ਇਹਨਾਂ ਨੇ ਕਿ ਅਸੀਂ ਤੇ ਜੀ ਲੋਕਾਂ ਦੇ ਪਾਈ ਖਰਚਣਾ ਚਾਹੁੰਦੇ ਸੀ, ਇਸ ਕਰਕੇ ਅਸੀਂ ਇਹੋ ਜਿਹੇ ਨਿਗਰਾਨ ਲਾਤੇ ਆ, ਇਹੋ ਜਿਹੇ ਅਸੀਂ ਐਡਮਿਨਿਸਟ੍ਰੇਟਰ ਲਾਤੇ ਸੀ।
ਜਦੋਂ ਤੱਕ ਸਵਾਲ ਐਸਮਾ ਦਾ ਆ, ਭਾਵੇਂ ਕਿ ਬਹੁਤ ਪਿੱਠ ਥਾਪੜ ਰਹੇ ਨੇ ਆਪਣੀ ਜਾਂ ਹੋਰ ਵੀ ਸੋਸ਼ਲ ਮੀਡੀਆ ਤੇ ਇਹਨਾਂ ਦੇ ਜਿਹੜੇ ਆਲੇ ਦੁਆਲੇ ਵਾਲੇ ਨੇ ਕਾਫੀ ਚਰਚਾ ਛੇੜ ਰਹੇ ਨੇ, ਪਰ ਪਟਵਾਰੀਆਂ ਨੇ ਹਵਾ ਕੱਢੀ। ਉਹ ਕਹਿੰਦੇ ਕਿ ਤੁਸੀਂ ਜਿਹੜਾ ਆ ਭਰਤੀ ਕਰਕੇ ਦਿਖਾਓ 3000 ਤੋਂ ਉੱਪਰ ਜਿਹੜੇ ਬੰਦੇ ਨੇ, ਅਸੀਂ ਤੇ ਕਹਿੰਦੇ ਛੱਡ ਦਿੱਤਾ। ਉਹਨਾਂ ਨੇ ਉਹ ਇੱਕ ਪਾਸੇ ਹੋ ਕੇ ਬਹਿ ਗਏ ਨੇ, ਜਿਹੜੀ ਉਹ ਕਹਿੰਦੇ ਸਾਡੀ ਡਿਊਟੀ ਬਣਦੀ ਆ, ਅਸੀਂ ਉਹ ਭੁਗਤਾਵਾਂਗੇ, ਅਸੀਂ ਕੋਈ ਵਾਧੂ ਚਾਰਜ ਨਹੀਂ ਲੈਣਾ। ਪਰ ਇਹ ਇੰਨਾ ਸੌਖਾ ਜਿਹਾ 3000 ਇਹ ਹੋ ਗਏ, ਤੇ ਹੋਰ ਮਹਿਕਮਿਆਂ ਵਿੱਚ ਵੀ ਭਰਤੀਆਂ ਪਈਆਂ ਨੇ। ਤੇ ਜੇ ਇਹ ਭਰਤੀਆਂ ਕਰਨ ਲੱਗ ਗਏ ਇਸ ਤਰੀਕੇ ਨਾਲ ਰਾਤੋਂ ਰਾਤ, ਨਾਲੇ ਤੇ ਕਰਬਾਂ ਦਾ ਬੋਝ ਪੈ ਜਾਣਾ ਖਜ਼ਾਨੇ ਦੇ ਉੱਤੇ। ਕਹਿਣਗੇ ਇਹਨਾਂ ਦੇ ਕਹਿਣ ਲਈ ਤਾਂ ਬੋਝ ਹੀ ਹੈ, ਪਰ ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਉਹ ਤੇ ਭਾਲਦੇ ਨੇ ਕਿਤੇ ਸਾਨੂੰ ਕੋਈ ਚੰਗੀ ਪੋਸਟ ਦੇ ਉੱਤੇ ਸਰਕਾਰ ਰੱਖ ਲੈ, ਨਹੀਂ ਤੇ ਵਿਦੇਸ਼ ਨਾ ਜਾਣਾ ਪਏ ਜਾਂ ਉੱਥੇ ਧੱਕੇ ਨਾ ਖਾਣੇ ਪੈਣ। ਪਰ ਜੇ ਇਹ ਸਰਕਾਰ ਇਹ ਫੈਸਲਾ ਲੈਂਦੀ ਆ ਤਾਂ ਕੀ ਇਹਨਾਂ ਨੂੰ 2024 ਦੇ ਵਿੱਚ ਕੋਈ ਰਾਹ ਖੁੱਲਦਾ ਨਜ਼ਰ ਆਉਂਦਾ ਹੈ ਕਿ ਇਹਦੇ ਨਾਲ ਅਸੀਂ ਵੀ ਕਹਿ ਦਈਏ ਕਿ ਦੇਖੋ ਜੀ ਬੱਲੇ ਬੱਲੇ ਮੁੱਖ ਮੰਤਰੀ ਸਾਹਿਬ ਨੇ ਤਾਂ ਰਾਤੋਂ ਰਾਤ ਬੰਦੇ ਭਰਤੀ ਕਰਤੇ, ਪਟਵਾਰੀਆਂ ਨੂੰ ਥੱਲੇ ਲਾ ਲਿਆ, ਜਾਂ ਇਹੋ ਜਿਹੀ ਕੋਈ ਗੱਲ ਤੋਰਨ ਵਾਲੇ ਪਾਸੇ ਵੀ ਤੁਰਿਆ ਜਾ ਸਕਦਾ? ਕੋਈ ਸਿਆਸਤ ਵੀ ਹੈ ਇਸ ਸਭ ਦੇ ਪਿੱਛੇ? ਦੇਖੋ, ਇਹ ਗੱਲਾਂ ਦੀ ਵੀ ਇੱਕ ਲਿਮਿਟ ਹੁੰਦੀ ਆ। ਰਾਤੋਂ ਰਾਤ SYL ਦੀਆਂ ਜ਼ਮੀਨਾਂ ਕਿਵੇਂ ਵੰਡ ਦਿੱਤੀਆਂ ਸੀਗੀਆਂ? ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ 2 ਦਿਨਾਂ ਦੇ ਅੰਦਰ ਅੰਦਰ ਹੀ ਪੂਰ ਵੀ ਦਿੱਤੀ ਕਈ ਜਗ੍ਹਾ SYL ਨਹਿਰ, ਔਰ ਨਾਲ ਕਈਆਂ ਨੂੰ 1000 ਰੁਪਈਆ ਪਰ ਏਕੜ ਜਾਂ ਕੁਝ ਪੈਸੇ ਵੀ ਦਿੱਤੇ ਕਿ ਤੁਹਾਡਾ ਪੂਰਨ ਦਾ ਖਰਚਾ ਨਾ ਹੋਵੇ, ਕਿਉਂਕਿ ਉਹਨਾਂ ਦੇ ਹੱਥੋਂ ਜੋ ਸੱਤਾ ਸੀ ਉਸ ਨੂੰ ਪੂਰਾ ਠੋਕ ਕੇ ਵਰਤਿਆ ਗਿਆ ਲੋਕਾਂ ਦੇ ਹਿੱਤ 'ਚ, ਹੈ ਨਾ। ਔਰ ਹਾਂ, ਜਿਨ੍ਹਾਂ ਨੂੰ ਜ਼ਮੀਨ ਵਾਪਸ ਦਾ ਐਲਾਨ ਹੋ ਗਿਆ, ਜਿੰਨਿਆਂ ਦੀ ਵੀ ਹੋ ਗਈ, ਉਹ ਤੇ ਉਹਨਾਂ ਨੂੰ ਬੜੀ ਵੱਡੀ ਰਾਹ ਸੀ। ਅੱਜ ਜ਼ਮੀਨ ਉਦੋਂ ਕੌਡੀਆਂ ਦੇ ਭਾਅ ਲਈ ਸੀਗੀ, ਹੁਣ ਉਹ ਸੋਨੇ ਦੇ ਭਾਅ ਹੈਗੀ। ਇਸ ਤਰੀਕੇ ਨਾਲ ਤੁਸੀਂ ਰਾਤੋਂ ਰਾਤ ਭਰਤੀ ਕਰਕੇ ਇੱਕ ਟੈਂਪਰੇਰੀਲੀ ਹਵਾ ਵੀ ਬਣਾ ਸਕਦੇ ਆ, ਇਹੋ ਜਿਹੀ ਗੱਲ ਨਹੀਂ। ਪਰ ਇਹਦੇ ਨਾਲ ਇਹ ਸੋਚੋ ਕਿ ਤੁਸੀਂ ਭਰਤੀ ਕਰਨਾ ਪਟਵਾਰੀਆਂ ਦੀ ਸਾਰੇ ਪੰਜਾਬ ਦੇ ਵਿੱਚ ਇੱਕ ਬਹੁਤ ਸੁਖਾਵਾਂ ਮਾਹੌਲ ਬਣਾ ਲਓਗੇ ਤੇ ਲੋਕ ਤੁਹਾਨੂੰ ਵੱਡੇ ਪੱਧਰ ਤੇ ਵੋਟਾਂ ਪਾਉਣ ਲੱਗ ਜਾਣਗੇ। ਉਹ ਉਸਨੂੰ ਸਿੱਧਾ ਸਿੱਧਾ ਇਹਦਾ ਮਤਲਬ ਨਹੀਂ ਕੱਢਣਾ ਚਾਹੀਦਾ। ਉਹ ਬੰਦੇ ਤੇ ਜ਼ਰੂਰ ਖੁਸ਼ ਹੋ ਜਾਣਗੇ, ਉਹਨਾਂ ਦੇ ਪਰਿਵਾਰ ਖੁਸ਼ ਹੋ ਜਾਣਗੇ, ਹੋਰ 4 ਬੰਦੇ ਖੁਸ਼ ਹੋ ਜਾਣਗੇ, ਉਹ ਵੋਟਾਂ ਚਾਰ ਪਾ ਦੇਣ। ਉਹਨਾਂ ਚੋਂ ਵੀ ਜ਼ਰੂਰੀ ਨਹੀਂ ਉਹ ਸਾਰੇ ਪਾਉਣਗੇ, ਕਿਉਂਕਿ ਜਿਹੜੇ ਭਰਤੀ ਹੋਣੇ ਆ ਉਹ ਰੈਗੂਲਰ ਤੇ ਭਰਤੀ ਹੋਣੇ ਨਹੀਂ, ਰਾਤੋਂ ਰਾਤ ਤੇ ਠੇਕੇ ਤੇ ਭਰਤੀ ਹੋਣਗੇ। ਇਹ ਪਹਿਲਾਂ ਮੈਂ ਅੰਕੜੇ ਦੱਸ ਦਿਆਂ ਥੋੜੇ ਜਿਹੇ ਕਿ ਜਿੰਨੇ ਵੀ ਸਰਕਲ ਹੈਗੇ 4500 ਤੋਂ ਉੱਪਰ ਸਰਕਲ ਹੈਗੇ, ਜਿਹਦੇ ਚੋਂ 3193 ਸਰਕਲ ਖਾਲੀ ਹੈ। ਬਾਕੀ ਜਿਹੜਾ ਤੀਜਾ ਹਿੱਸਾ ਸਰਕਲ ਆ, ਇਹ 66% ਦਾ ਬੋਝ ਆਪਣੇ ਤੇ ਚੁੱਕੀ। 33% ਪਟਵਾਰੀ ਜਿੰਨੇ ਹੈਗੇ ਆ ਜਿਹੜੇ ਰੈਗੂਲਰ ਆਪਣੇ ਆਪਣੇ ਸਰਕਲ ਦੇ, ਉਹ 66% ਜਿਹੜੇ ਐਬਸੈਂਟ ਆ, ਜਿਹੜੇ ਭਰਤੀ ਕਦੀ ਕੀਤੇ ਹੀ ਨਹੀਂ, ਖਾਲੀ ਪੋਜੀਸ਼ਨਾਂ ਪਈਆਂ ਹੋਈਆਂ, ਉਹਨਾਂ ਦੇ ਉੱਤੇ ਵੀ ਕੰਮ ਕਰ ਰਹੇ ਸੀ ਐਡੀਸ਼ਨਲ ਚਾਰਜ ਦੇ ਉੱਤੇ, ਜਾਂ ਉਹਨਾਂ ਨੂੰ ਕਲੈਕਟਰਾਂ ਨੇ ਜ਼ਬਰਦਸਤੀ ਇਹ ਕੰਮ ਦਿੱਤਾ ਹੋਇਆ ਸੀ। ਉਹਨਾਂ ਨੇ ਹਾਰ ਕੇ ਕਿਹਾ ਕਿ ਸਾਡੀ ਤੁਸੀਂ ਸ਼ੋਸ਼ਣ ਕਰ ਰਹੇ ਆ। ਜੇ ਨੋ ਪੇ ਨੋ ਵਰਕ ਦਾ ਫਾਰਮੂਲਾ ਆ ਤੇ ਜਿਹੜਾ ਆਪਣਾ ਜਿਹੜਾ ਕੰਮ ਹੈ, ਅਸੀਂ ਵੀ ਤੇ ਆਪਣਾ ਹੀ ਕੰਮ ਕਰਾਂਗੇ ਨਾ। ਅਸੀਂ ਵਾਧੂ ਕੰਮ, ਜੇ ਅਸੀਂ ਐਡੀਸ਼ਨਲ ਕੰਮ, ਇਫ ਐਡੀਸ਼ਨਲ ਕੰਮ ਐਡੀਸ਼ਨਲ ਪੇਮੈਂਟ। ਉਹ ਇਹ ਕਹਿ ਰਿਹਾ ਕਿ ਜੇ ਅਸੀਂ 3 ਪਟਵਾਰੀਆਂ ਦਾ ਕੰਮ ਕਰਨਾ, ਸਾਨੂੰ 3 ਪਟਵਾਰੀਆਂ ਦੀ ਤਨਖਾਹ ਵੀ ਦੇ ਦਿਓ। ਸਾਨੂੰ ਭਰਤੀ ਤੇ 1 ਪਟਵਾਰੀ ਤੇ 1 ਸਰਕਲ ਲਈ ਕੀਤਾ, ਤੁਸੀਂ 3 ਸਰਕਲਾਂ ਲਈ ਤੇ ਕੀਤਾ ਨਹੀਂ। ਇਹਦੇ ਨਾਲ ਕਹਿੰਦੇ ਕੰਮ ਦੇ ਵਿੱਚ ਜੇ ਉਹ ਸਾਰੇ ਆਰਗੂਮੈਂਟ ਫਿਰ ਨਾਲੋਂ ਨਾਲ ਆ ਜਾਂਦੇ। ਇਹ ਬੇਸਿਕ ਪੇਚਾ ਇਹ ਹੈ। ਹੁਣ ਇਹ ਗੱਲ ਨੂੰ ਸਮਝਣ ਦੀ ਜਗ੍ਹਾ ਭਗਵੰਤ ਮਾਨ ਵੱਲੋਂ ਤੇ ਇਸੇ ਤਰੀਕੇ ਨਾਲ ਜਿਹੜਾ ਮਿਨਿਸਟਰੀਅਲ ਸਟਾਫ DC ਆਫਿਸ ਦਾ ਹੈਗਾ, ਉਹਨਾਂ ਨੇ ਵੀ ਇਸ ਗੱਲ ਦੀ ਧਮਕੀ ਦਿੱਤੀ ਹੋਈ ਹੈ ਕਿ ਅਸੀਂ ਵੀ ਜਾਵਾਂਗੇ ਹੜਤਾਲ ਦੇ ਉੱਤੇ, ਸਾਡੀਆਂ ਪ੍ਰਮੋਸ਼ਨਾਂ ਡਿਊ ਆ, ਬਾਰ-ਬਾਰ ਕਹਿੰਦੇ ਆ। ਕੋਈ ਸੁਪਰਡੈਂਟ ਆ, ਕੋਈ ਅਸਿਸਟੈਂਟ ਸੁਪਰਡੈਂਟ ਆ, ਕੁਝ ਹੋਰ ਥੱਲੇ ਵਾਲੇ ਲੋਕ ਹੈਗੇ ਆ, ਉਹਨਾਂ ਨੂੰ ਭਰਤੀ ਕਰਨਾ, ਉਹਨਾਂ ਨੂੰ ਕਰ ਨਹੀਂ ਰਹੇ ਹੈਗੇ। ਕੋਈ ਥੋੜੇ ਹੀ ਆ, ਬਹੁਤ ਭਰਤੀ ਨਹੀਂ ਕਰਨਾ, ਉਹਨਾਂ ਦੀ ਪ੍ਰਮੋਸ਼ਨ ਕਰਨੀ ਆ। ਭਰਤੀ ਤੇ ਆਲਰੇਡੀ ਹੈਗੇ ਆ, ਉਹ ਤੇ ਸ਼ਾਇਦ ਲੋਟ ਆ ਜਾਣਗੇ। ਉਹ ਤੇ ਸ਼ਾਇਦ ਕਿਸੇ ਕਿਸਮ ਨਾਲ ਅੰਦਰੋਂ ਅੰਦਰੀ ਦਬਾਅ ਪੈਣਾ ਜਾਂ ਪਰਸੂਏਸ਼ਨ ਕਰਨਾ, ਕੋਈ ਗੰਢ ਧੁੱਪ ਹੋ ਕੇ ਹੋ ਜੇ। ਪਰ ਜਿਹੜਾ ਪਟਵਾਰੀਆਂ ਵਾਲਾ ਸਿੱਧਾ ਸਿੱਧਾ ਕੰਮ, ਉਹ ਇਸ ਗੱਲ ਤੇ ਨਾਰਾਜ਼ ਹੈ ਪਟਵਾਰੀ, ਕਿ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਪਟਵਾਰੀ ਜਿਹੜੇ ਆ ਇਹ ਭ੍ਰਸ਼ਟ ਲੋਕਾਂ ਨੂੰ ਬਚਾਉਣ ਲਈ ਉਹਨਾਂ ਦੀ ਪਿੱਠ ਪਿੱਛੇ ਖੜੇ ਹੋ ਗਏ ਆ। ਇਹ ਉਹ ਕਹਿੰਦੇ ਕਿ ਸਾਡੇ ਨਾਲ ਸਾਡੀ ਤੋਹੀਨ ਆ, ਸਾਡੇ ਕੰਮ ਦੀ ਤੋਹੀਨ ਆ, ਸਾਡੇ ਤੇ ਸਿੱਧਾ ਸਿੱਧਾ ਹਮਲਾ ਕੀਤਾ, ਔਰ ਇਹ ਬਿਨਾਂ ਕਿਸੇ ਸਬੂਤਾਂ ਤੋਂ ਕੀਤਾ। ਅਸਲ ਵਿੱਚ ਜਿਹੜੇ ਕੇਸ ਕੂਸ ਵੀ ਬਣ ਰਹੇ ਆ, ਉਹ ਬਿਨਾਂ ਪ੍ਰੋਪਰ ਚੈਨਲ ਜਿਹੜੇ ਇੱਕ ਫਾਲੋ ਅਪ ਕਰਦੇ ਆ, 17A ਦਾ ਕੋਈ ਰੈਫਰੈਂਸ ਕਰ ਰਿਹਾ, ਉਹਦੇ ਮੁਤਾਬਕ ਕਰਨੇ ਹੁੰਦੇ ਕਿ ਸੈਂਕਸ਼ਨ ਲੈ ਕੇ ਫਿਰ ਸਾਨੂੰ ਸਾਡੀ ਦੀ ਇਨਕੁਆਇਰੀ ਵਿਜੀਲੈਂਸ ਦੀ ਸਾਰਾ ਕੁਝ ਹੋ ਸਕਦਾ। ਉਹ ਕੋਈ ਇਹੋ ਜਿਹਾ ਹੋ ਨਹੀਂ ਰਿਹਾ। ਇਸ ਲਈ ਉਹ ਹੋਰ ਵੀ ਭੜਕੇ ਹੋਏ ਆ ਕਿ ਉਹ ਤੇ ਖੁਦ ਕਹਿੰਦੇ ਆ ਕਿ ਜੇ ਅਸੀਂ ਕਰਪਟ ਆ ਸਾਨੂੰ ਜੇਲ੍ਹ 'ਚ ਦਿਓ। ਜਿਹਨੇ ਕੋਈ ਮਾੜਾ ਕੰਮ ਕੀਤਾ ਅਸੀਂ ਕੋਈ ਉਹਦੇ ਹੱਕ 'ਚ ਥੋੜੀ ਖੜੇ ਆ, ਅਸੀਂ ਕਿਸੇ ਦੀ ਕੋਈ ਪਿੱਠ ਨਹੀਂ ਪੂਰ ਰਹੇ ਹਾਂ। ਪਰ ਬਿਨਾਂ ਕੋਈ ਪ੍ਰੂਫ ਕੀਤਿਆਂ, ਬਿਨਾਂ ਕੋਈ ਕਿਸੇ ਦੀ ਤਹਿਕੀਕਾਤ ਕੀਤਿਆਂ, ਬਿਨਾਂ ਕੋਈ ਬੰਦੇ ਨੂੰ ਕਿਸੇ
ਤੌਰ ਤੇ ਸਜ਼ਾ ਜਾਂ ਉਸ ਕਿਸਮ ਦਾ ਸਬੂਤ ਸਾਹਮਣੇ ਰੱਖ ਕੇ ਗੱਲ ਕਰਦੇ ਆ। ਤੁਸੀਂ FIR ਆਪਣੇ ਹੱਥ ਠੋਕਿਆਂ ਤੋਂ ਕਰਵਾ ਕੇ ਤੁਸੀਂ ਕਹਿੰਦੇ ਆ ਕਿ ਇਹ ਬੰਦੇ ਕਰਪਟ ਆ। FIR ਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਬੰਦੇ ਨੂੰ ਦੰਡਿਤ ਵੀ ਕਰਤਾ ਤੇ ਪ੍ਰੂਵ ਵੀ ਕਰਤਾ। ਉਹ ਕਹਿੰਦੇ ਕਿ 8 FIR ਤੇ ਅੱਜ ਜਿੱਦਣ ਭਗਵੰਤ ਮਾਨ ਨੇ ਅਨਾਉਂਸ ਕੀਤਾ ਉਦੋਂ ਬਾਅਦ ਦਾਇਰ ਕਰ ਦਿੱਤੀਆਂ ਸਾਡੇ ਵਿਰੁੱਧ। ਉਹ ਇਸ ਲਈ ਹੋਰ ਵੀ ਐਨ ਮੈਦਾਨ 'ਚ ਡਟ ਕੇ ਆ ਗਿਆ ਕਿ ਕਹਿੰਦੇ ਚੰਗਾ ਫਿਰ ਜੇ ਆਉਣਾ ਤੇ ਆਪਾਂ ਸਿੱਧੇ ਆ ਜਾਓ। ਜਿਹੜਾ ਐਸਮਾ ਲਾਉਣਾ, ਐਸਮਾ ਦਾ ਮਤਲਬ ਇਹ ਆ ਐਸੈਂਸ਼ੀਅਲ ਸਰਵਿਸਿਜ਼। ਉਹ ਉਹਨਾਂ ਨੂੰ ਐਮਰਜੈਂਸੀ ਤੌਰ ਤੇ ਹਾਜ਼ਰ ਹੋਣਾ ਪਊਗਾ, ਨਹੀਂ ਤੇ ਸਰਕਾਰ ਫਿਰ ਉਹਨਾਂ ਤੇ ਜੋ ਬਣਦਾ ਐਕਸ਼ਨ ਲਊਗੀ, ਸਸਪੈਂਡ ਕਰੂਗੀ, ਹੋਰ ਵੀ ਇਨਕੁਆਇਰੀ ਕਰਕੇ ਸਖਤ ਤੋਂ ਸਖਤ ਐਕਸ਼ਨ ਜਿਹੜੀ ਆ ਉਹ ਲੈ ਸਕਦੀ ਆ, ਕਿਉਂਕਿ ਉਹ ਸਰਵਿਸਿਜ਼ ਨੂੰ ਐਸੈਂਸ਼ੀਅਲ ਡਿਕਲੇਅਰ ਕੀਤਾ। ਇਸ ਲਈ ਇਹ ਹੁਣ ਲਾਗੂ ਕਿੰਨਾ ਕੁ ਹੁੰਦਾ, ਕਿਵੇਂ ਹੁੰਦਾ, ਇਹ ਤੇ ਹੋ ਨਹੀਂ ਸਕਦਾ। ਮੇਰੇ ਮੁਤਾਬਕ ਤੇ ਐਸਮਾ ਲਾਗੂ ਹੋ ਨਹੀਂ ਸਕਦਾ। ਉਹ ਕੰਮ ਉਹਨਾਂ ਨੇ ਛੱਡਿਆ, ਪੈਨ ਡਾਊਨ ਉਹਨਾਂ ਗੱਲਾਂ ਤੇ ਕੀਤੀ ਹੈ ਜਿਹੜਾ ਉਹਨਾਂ ਨੂੰ ਵਾਧੂ ਬੋਝ ਪਾਇਆ ਸੀ, ਉਹਨਾਂ ਚੁੱਕ ਕੇ ਪਰਾਂ ਮਾਰਿਆ। ਕਿਆ ਚੱਕੋ ਤੁਸੀਂ ਆਪਣਾ, ਤੁਸੀਂ ਬਥੇਰੇ ਤੁਹਾਨੂੰ ਸਾਲ 1.5 ਸਾਲ ਹੋ ਗਿਆ ਦੇਖਦਿਆਂ ਨੂੰ। ਤੁਸੀਂ ਕਹਿੰਦੇ ਅੱਜ ਭਰਤੀ ਕਰਦੇ ਆ, ਕੱਲ ਭਰਤੀ ਕਰਦੇ ਆ, ਅੱਜ ਕਰਦੇ ਆ, ਕਰਦੇ ਤੁਸੀਂ ਹੈ ਨਹੀਂ। ਪਹਿਲੀਆਂ ਸਰਕਾਰਾਂ ਵੀ ਗਈਆਂ, ਹੁਣ ਵਾਲੀਆਂ ਵੀ ਗਾਂ 1.5 ਸਾਲ ਕੱਢ ਲਿਆ ਤੇ ਅਸੀਂ ਬਿਲਕੁਲ ਉੱਥੇ ਕੰਮ ਨਹੀਂ ਕਰਾਂਗੇ। ਪਟਵਾਰੀ ਜਿਹੜੇ ਰੈਵਨਿਊ ਵਾਲੇ ਆ, ਉਹਨਾਂ ਦੀ ਯੂਨੀਅਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ ਗਿਆ। ਤੁਸੀਂ ਕਹਿੰਦੇ ਉਹਨਾਂ ਨੇ ਕਿਹਾ ਜੇ ਭਰਤੀ ਕਰਨੇ ਕਰ ਦੋ। ਅੱਗੇ ਇੱਕ ਵਾਰੀ 5000 ਰੁਪਇਆ ਪਰ ਪਟਵਾਰੀ ਠੇਕੇ ਤੇ ਰੱਖੇ ਸੀ, ਉਹ ਜਿਹੇ ਹੋਰ ਕਰ ਦੋ। ਉਹਨਾਂ ਨੇ ਕੈਲਕੂਲੇਟ ਕੀਤਾ ਕਿ ਦਿਹਾੜੀ 167 ਰੁਪਏ ਪੈਂਦੀ ਆ ਪਟਵਾਰੀ ਨੂੰ, ਉਸ ਹਿਸਾਬ ਨਾਲ 5000 ਰੁਪਏ ਠੇਕੇ ਤੇ 190 ਲੋਕ ਰੱਖੇ ਸੀ। ਔਰ ਇਸ ਵੇਲੇ ਮੇਰਾ ਖਿਆਲ 240 ਰੁਪਏ ਤੇ ਮਨਰੇਗਾ ਵਾਲੀ ਲੈਂਦੇ ਹੋਣੇ ਆ ਔਰਤਾਂ ਜਿਹੜੀਆਂ। ਤੇ ਜੇ ਉਹਨਾਂ ਤੋਂ ਵੀ ਥੱਲੇ ਰੱਖਣਾ ਆ ਤੁਸੀਂ ਤੇ ਰੱਖ ਲਓ। ਤੇ ਕਹਿੰਦੇ ਪੂਰੀ ਸੈਲਰੀ ਤੇ ਰੱਖੋ, ਠੇਕਾ ਵੀ ਜਿਹੜਾ ਦੇਣਾ 30-35 ਹਜ਼ਾਰ ਰੁਪਇਆ ਕੋਈ ਘੱਟੋ ਘੱਟ ਉਸ ਕਿਸਮ ਦਾ ਚੰਗਾ ਮੋਟਾ ਠੇਕੇ ਤੇ ਰੱਖੋ। ਸਾਨੂੰ ਕਹਿੰਦੇ ਪਟਵਾਰੀ ਕਹਿੰਦੇ ਕਿ ਬਹੁਤ ਖੁਸ਼ੀ ਹੋਊਗੀ ਕਿ ਸਾਡੇ ਕਿਸੇ 4 ਭਰਾਵਾਂ ਨੂੰ, ਹੋਰਨਾਂ ਨੂੰ, ਨੌਜਵਾਨਾਂ ਨੂੰ ਕੰਮ ਮਿਲ ਗਿਆ। ਹੁਣ ਇਹ ਸਾਰੀ ਜਿਹੜੀ ਗੇਂਦ ਆ ਉਹ ਤੇ ਚੀਫ ਮਿਨਿਸਟਰ ਦੇ ਪਾਲੇ ਜਾ ਗਈ ਆ। ਇਹ ਇੱਕ ਅੱਧਾ ਦਿਨ ਤੁਸੀਂ ਹੋਰ ਦੇਖਿਓ, ਮੈਨੂੰ ਲੱਗਦਾ ਕਿ ਇੱਥੇ ਵੀ ਇਸ ਇਸ਼ੂ ਦੇ ਉੱਤੇ ਵੀ ਭਗਵੰਤ ਮਾਨ ਹੁਣਾਂ ਨੂੰ ਬੈਕਫੁੱਟ ਜਾਣਾ ਪਊ, ਮੂੰਹ ਦੀ ਖਾਣੀ ਪਊ। ਜੇ ਭਰਤੀ ਕਰਦੇ ਆ ਤੇ ਵਾਹਵਾ ਭਲੀ, ਉਹ ਕਿਹੜੇ ਜੇਬ ਚੋਂ ਪੈਸੇ ਦੇਣੇ ਆ, ਸਰਕਾਰੀ ਪੈਸੇ ਦੇਣੇ ਆ। ਔਰ ਕੰਮ ਲਈ ਭਰਤੀ ਹੋਣੀ ਵੀ ਚਾਹੀਦੀ ਹੈ, ਕਿਉਂਕਿ ਸਭ ਤੋਂ ਵੱਧ ਤੇ ਵੱਡੇ ਵਾਅਦੇ ਤੇ ਗਰੰਟੀਆਂ ਇਸੇ ਸਰਕਾਰ ਨੇ ਕੀਤੀਆਂ। ਹਾਲਾਂਕਿ ਪ੍ਰੋਫੈਸਰ ਕੋਈ ਵੀ ਦੁੱਧ ਧੋਤਾ ਨਹੀਂ। ਜੇ ਕਹਿਣ ਕਿ ਕਿੱਥੇ ਭ੍ਰਿਸ਼ਟਾਚਾਰ ਹੋ ਰਿਹਾ, ਦੱਸੋ ਸਾਨੂੰ, ਟੰਗ ਦਿਓ ਸਾਨੂੰ, ਇਹ ਕਰ ਦਿਓ। ਪਤਾ ਤੇ ਸਭ ਨੂੰ ਹੈ, ਜਿਹੜੇ ਬੰਦੇ ਮਾਲ ਮਹਿਕਮੇ ਦੇ ਵਿੱਚ ਜਾਂ ਜਿਨ੍ਹਾਂ ਦਾ ਵਾਹ ਵਾਸਤਾ ਪੈਂਦਾ ਰਹਿੰਦਾ ਆ, ਉਹਨਾਂ ਨੂੰ ਪਤਾ ਹੈ ਕਿ ਕਿੱਥੇ ਕਿੰਨਾ, ਕਿਹੜੇ ਪ੍ਰਾਈਵੇਟ ਬੰਦੇ ਕਿਵੇਂ ਕਿਵੇਂ ਨਾਲ ਭਾਏ ਜਾਂ ਸਾਈਡਾਂ ਤੇ ਬਾਹਰ ਇੱਧਰ ਉੱਧਰ ਫਿਰਦੇ ਰਹਿੰਦੇ, ਕਿਵੇਂ ਸੈਟਿੰਗਾਂ ਕਰਾਉਂਦੇ ਨੇ। ਇਹ ਸਾਰਾ ਕੁਝ ਪਤਾ ਆ, ਭਾਵੇਂ ਵਿਜੀਲੈਂਸ ਛਾਪੇ ਮਾਰਦੀ ਹੈ ਜਿਸ ਹੱਦ ਤੱਕ ਹੁੰਦਾ ਆ। ਪਰ ਗੱਲ ਇਹ ਆ ਕਿ ਕੱਟੜ ਇਮਾਨਦਾਰ ਤਾਂ ਕੋਈ ਨਹੀਂ। ਜੇ ਕਹਿਣ ਕਿ ਸਰਕਾਰ ਦੇ ਵਿੱਚ ਸਾਰਾ ਕੁਝ ਅੱਛਾ ਚੱਲ ਰਿਹਾ ਹੈ, ਸਭ ਕੁਝ ਅੱਛਾ ਹੈ ਜੀ, ਜ਼ੀਰੋ ਟੋਲਰੈਂਸ ਚੱਲ ਰਹੀ ਹੈ, ਇਹਦੇ ਬਾਰੇ ਵੀ ਸਵਾਲ ਲਗਾਤਾਰ ਸੋਸ਼ਲ ਮੀਡੀਆ ਤੇ ਜਾਂ ਆਮ ਲੋਕਾਂ ਦੇ ਵਿੱਚ ਚਰਚਾ ਚੱਲਦੀ ਰਹਿੰਦੀ ਹੈ ਕਿ ਤੁਸੀਂ ਦੱਸ ਦਿਓ ਕਿ ਸਾਲ 1.5 ਸਾਲ ਦੇ ਵਿੱਚ ਜਿੰਨਾ ਕੁ ਤੁਸੀਂ ਸਮਾਂ ਹੁਣ ਤੱਕ ਲੰਘਾਇਆ, ਉਹਦੇ ਚ ਕਿੰਨੀ ਕੁ ਇਮਾਨਦਾਰੀ ਹੈ ਉਹ ਜਿਹੜੀ ਸਾਹਮਣੇ ਆਈ ਹੈ? ਦੇਖੋ, ਜਿਹੜੀ ਇਮਾਨਦਾਰੀ ਦੀ ਤੇ ਤੁਸੀਂ ਇੱਕ ਪਾਸੇ ਗੱਲ ਰੱਖ ਲਓ। ਜਿਹੜਾ ਬੰਦਾ ਰਾਜਨੀਤੀ ਚ ਆ ਗਿਆ, ਉਹ ਕਿਸੇ ਵੀ ਪਾਰਟੀ ਚ ਹੋਵੇ, ਜੇ ਕਹੋ ਨਾਲ ਸਾਧੂ ਵੀ ਆ, ਇਮਾਨਦਾਰ ਵੀ ਆ, ਬੜਾ ਇਖਲਾਕੀ ਹੈ, ਉਹ ਬੜੀਆਂ ਔਖੀਆਂ ਗੱਲਾਂ। ਉਹ ਬਹੁਤ ਹੈ। ਉਹ ਫਿਰ ਘਰੇ ਬੈਠੇ ਉਹ ਪੋਲਿਟਿਕਸ ਚ ਨਾ ਜਾਵੇ। ਪਰ ਸਵਾਲ ਹੈ, ਜੇ ਤੁਸੀਂ ਭ੍ਰਿਸ਼ਟਾਚਾਰ ਮੁਕਤ ਸਿਸਟਮ ਨੂੰ ਕਰਨਾ ਆ, ਇਹਨਾਂ ਨੇ ਤੇ ਕਿਹਾ ਆ, ਕਹਿੰਦੇ ਆ ਕਿ ਪਤਾ ਨਹੀਂ 1.5 ਲੱਖ ਕੰਪਲੇਂਟ ਪਈ ਹੋਈ ਹੈ, 1,53,000 ਕੰਪਲੇਂਟ ਪਈ ਲੋਕਾਂ ਨੇ, ਕਦੀ ਕੋਈ ਉਹਨਾਂ ਨੂੰ ਖੋਲ ਕੇ ਨਹੀਂ ਵੇਖਦਾ। ਕੋਈ ਕਰੋ ਨਾ, ਜੇ ਲੋਕਾਂ ਤੁਸੀਂ ਸਾਫ਼ ਸੁਥਰਾ ਸਿਸਟਮ, ਗੁੱਡ ਗਵਰਨੈਂਸ ਦੇਣੀ ਆ। ਇਹ ਪਟਵਾਰੀਆਂ ਨੇ ਅੱਜ ਕਿਹਾ ਇਸ ਗੱਲ ਨੂੰ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਸਰਕਾਰ ਜਿਹੜੀ ਆ ਕਰਪਟ ਆ। ਕਹਿੰਦੇ ਕਿ 400 ਕਰੋੜ ਤੋਂ ਉੱਪਰ ਤੇ ਕਰਪਸ਼ਨ ਇਹ ਕਰ ਰਹੇ ਆ, ਜਾਨੀ ਸਾਡੇ ਤੋਂ ਵਾਧੂ ਕੰਮ ਲੈ ਰਹੇ ਆ। ਉਹ ਪੈਸਾ ਜਿਹੜਾ ਬਚਾ ਰਹੀ ਹੈ ਸਰਕਾਰ ਤੇ ਆਮ ਬੰਦੇ ਦਾ ਢਿੱਡ ਕੱਟ ਰਹੀ ਹੈ। ਕਹਿੰਦੇ ਉਹਨਾਂ ਨੇ ਇਸ ਗੱਲ ਨੂੰ, ਹੈ ਤੇ ਧੱਕਾ, ਮੈਂ ਤੈਨੂੰ ਧੱਕਾ ਕਹੂੰਗਾ, ਕਰਪਸ਼ਨ ਤੇ ਨਹੀਂ ਕਹੂੰਗਾ, ਵੀ ਕਿਸੇ ਕੋਲੋਂ ਵਾਧੂ ਨਜਾਇਜ਼ ਕੰਮ ਲੈਣਾ ਜਿਹੜਾ ਉਹਦਾ ਬਣਦਾ ਨਹੀਂ ਹੈ, ਜੋ ਉਹਨਾਂ ਦੇ ਮੁਤਾਬਕ ਹੈਗਾ। ਤਾਂ ਇਸ ਗੱਲ ਨੂੰ, ਪਰ ਉਹਨਾਂ ਦੇ ਸ਼ਬਦ ਇਹੀ ਸੀ ਵੀ ਸਰਕਾਰ ਜਿਹੜੀ ਆ ਭ੍ਰਸ਼ਟ ਤੇ ਇਹ ਹੈਗੇ ਆ, ਕਰਪਟ ਤੇ ਆ, ਸਾਨੂੰ ਕਰਪਸ਼ਨ ਕਹਿੰਦੇ ਆ। ਇਹ ਵੀ ਗੱਲ ਠੀਕ ਹੈ ਕਿ ਦੁੱਧ ਧੋਤੇ ਕੋਈ ਨਹੀਂ ਹੈਗੇ। ਕਿਸੇ ਵੀ ਮਹਿਕਮੇ ਵਿੱਚ ਤੁਹਾਨੂੰ ਸਾਰੇ ਬੰਦੇ ਦੁੱਧ ਧੋਤੇ ਨਹੀਂ ਮਿਲਣਗੇ, ਪਰ ਹਰ ਮਹਿਕਮੇ ਚ ਮਾੜੇ ਤੋਂ ਮਾੜਾ ਵੀ ਮਹਿਕਮਾ ਜਿਹਦਾ ਅਕਸ਼ ਮਾੜਾ, ਉਹ ਚ ਚੰਗੇ ਤੋਂ ਚੰਗੇ ਬੰਦੇ ਤੁਹਾਨੂੰ ਵਾਕਿਆ ਹੀ ਸ਼ਰੀਫ ਬੰਦੇ, ਜਾਂ ਜਿਹੜੇ ਇਮਾਨਦਾਰ ਬੰਦੇ, ਜਿਹੜੇ ਡਿਊਟੀ ਪ੍ਰਤੀ ਬਹੁਤ ਪੱਕੇ ਠੱਕੇ ਹੈਗੇ, ਉਹ ਤੁਹਾਨੂੰ ਮਿਲ ਜਾਣਗੇ। ਪਟਵਾਰੀਆਂ ਦਾ
ਤੇ ਪੁਰਾਣਾ ਹੀ ਸਿਸਟਮ ਹੈਗਾ। ਅੱਜ ਕੱਲ ਜੇ ਸਿਸਟਮ ਦੇ ਭ੍ਰਿਸ਼ਟਾਚਾਰ ਨੂੰ ਜਾਂ 2 ਨੰਬਰੀ ਕੰਮ ਨੂੰ ਖਤਮ ਕਰਨਾ, ਉਹਦੇ ਬਹੁਤ ਤਰੀਕੇ ਹੈਗੇ। ਅੱਜ ਕੱਲ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਹੈ, ਜੋ ਮਰਜੀ ਜਿੱਥੇ ਮਰਜੀ ਪਹੁੰਚੋ। ਤੇ ਤੁਸੀਂ ਜਦੋਂ ਤੁਹਾਨੂੰ ਪਤਾ ਬੈਂਕਾਂ ਦੇ ਵਿੱਚ ਕੰਪਿਊਟਰ ਪਹਿਲੀ ਵਾਰੀ ਆਏ ਸੀਗੇ ਤੇ ਉਦੋਂ ਬੜੀ ਵਿਰੋਧਤਾ ਹੋਈ ਸੀ, ਇਹਦੇ ਨਾਲ ਜੌਬ ਚਲੇ ਜਾਣਗੀਆਂ, ਇਹਦੇ ਨਾਲ ਆ ਹੋਊਗਾ, ਇਹਦੇ ਨਾਲ। ਪਰ ਫਿਰ ਸਾਨੂੰ ਪਤਾ ਹੀ ਆ ਕਿ ਹੁਣ ਆਪਾਂ ਕਿਵੇਂ ਫੋਨਾਂ ਰਾਹੀਂ ਵੀ ਬੈਂਕਾਂ ਦੀ ਟ੍ਰਾਂਜੈਕਸ਼ਨ ਕਰ ਲੈਂਦੇ ਆ। ਇਹ ਸਿਸਟਮ ਤੇ ਰੁਕਦਾ ਨਹੀਂ ਨਾ, ਕਿ ਡਿਜੀਟਲ ਸਿਸਟਮ ਜਿਹੜਾ ਸਾਡੇ ਕੋਲ ਹੈ ਜਾਂ ਇੰਟਰਨੈਟ ਦਾ ਸਿਸਟਮ ਹੈ, ਇਹ ਸਾਰਾ ਵਰਚੁਅਲ ਸਿਸਟਮ, ਉਹ ਸਿਸਟਮ ਨੂੰ ਲਾਗੂ ਕਰਕੇ ਤੁਸੀਂ ਬਹੁਤ ਸਾਰੀ ਟ੍ਰਾਂਸਪੇਰੈਂਸੀ, ਬਹੁਤ ਸਾਰੀ ਤੁਸੀਂ ਤਤਪਰਤਾ, ਐਫੀਸ਼ੀਐਂਸੀ ਜਿਹਨੂੰ ਕਹਿੰਦੇ ਆ, ਤੁਸੀਂ ਲਿਆ ਸਕਦੇ ਆ। ਪਰ ਉਸ ਪਾਸੇ ਜੇ ਧਿਆਨ ਦਿੱਤਾ ਜਾਏ। ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਦਾ ਕੋਈ ਵੀ EMPLOYE ਆ, ਭਾਵੇਂ ਉਹ ਸਰਕਾਰੀ ਮਹਿਕਮੇ ਦਾ, ਭਾਵੇਂ ਉਹ ਕੋਈ ਪ੍ਰਾਈਵੇਟ ਸੈਕਟਰ ਦਾ ਵੀ ਹੋਵੇ, ਕਿ ਉਸ ਦਾ ਬਣਦਾ ਜਿਹੜਾ ਮੁਆਵਜ਼ਾ ਉਹਨੂੰ ਮਿਲਦਾ ਜਾਂ ਉਸ ਦੀ ਤਨਖਾਹ ਮਿਲਣੀ ਚਾਹੀਦੀ ਹੈ, ਉਹ ਤੁਸੀਂ ਪੂਰਾ ਨਾ ਦਿਓ। ਜੇ ਨਹੀਂ ਦਿਓਗੇ ਤਾਂ ਫਿਰ ਉਹ ਕੋਈ ਰਸਤਾ ਲੱਭੂਗਾ। ਤੁਸੀਂ ਉਹਨੂੰ ਭ੍ਰਿਸ਼ਟਾਚਾਰ ਕਹੋ ਜਾਂ ਕੁਛ ਵੀ ਕਹੋ, ਉਹੀ ਚੀਜ਼ ਜਿੰਨਾ ਉਹ ਭ੍ਰਿਸ਼ਟਾਚਾਰ ਸੱਜਿਓ ਖੱਬੇ ਬਣਾਉਂਦਾ, ਜੇ ਤਨਖਾਹ 'ਚ ਜੋੜ ਦੋ ਤੇ ਉਹ ਸਾਫ਼ ਹੋ ਜਾਊਗਾ, ਫਿਰ ਭ੍ਰਿਸ਼ਟਾਚਾਰ ਨਹੀਂ ਰਹੂਗਾ। ਇੰਨਾ ਡੈਫੀਨੇਸ਼ਨ ਦੀ ਗੱਲ ਹੀ ਆ ਨਾ। ਪਰ ਇਹ ਗੱਲ ਜ਼ਰੂਰ ਆ ਕਿ ਇਹ ਸਿਸਟਮ ਦੀ ਜਿਹੜੀ ਭ੍ਰਿਸ਼ਟਾਚਾਰਤਾ ਹੈਗੀ ਆ, ਉਹ ਇਕੱਲੇ ਪਟਵਾਰੀ ਥੱਲੇ ਨਹੀਂ ਕਰੀ ਜਾਂਦੇ। ਪਟਵਾਰੀਆਂ ਕੋਲ ਸਾਰਿਆਂ, ਜਿਸ ਤਰ੍ਹਾਂ ਕਹਿੰਦੇ ਨਾ ਦਾਈਆਂ ਕੋਲੋਂ ਕਿਹੜੇ ਪੇਟ ਲੁਕਦੇ ਆ, ਇਹਨਾਂ ਕੋਲ ਸਾਰਿਆਂ ਦੇ ਵਹੀ ਖਾਤੇ ਹੈਗੇ ਆ। ਉਹ ਤਾਂਹੀਏ ਇੰਨੀਆਂ ਬੜਕਾਂ ਮਾਰ ਰਹੇ ਆ ਵੀ ਤੁਸੀਂ ਸਾਨੂੰ ਹੱਥ ਤੇ ਪਾਓ, ਅਸੀਂ ਤੁਹਾਡੇ ਪੋਦੜੇ ਨਾਲ ਫੋਲ ਦਿੱਤੇ। ਪਠਾਨਕੋਟ ਦੇ ਕੇਸ ਦਾ ਵੀ ਉਹਨਾਂ ਨੇ ਕਿਹਾ, ਹੋਰਨਾਂ ਦੇ ਕੇਸਾਂ ਦੇ ਵੀ ਗੱਲ ਕਰ ਰਹੇ ਆ ਵੀ ਅਸੀਂ ਫਿਰ ਤੁਹਾਡੇ ਮਿਨਿਸਟਰਾਂ ਦੇ, ਉਹ ਕਹਿੰਦੇ ਅਸੀਂ ਪਹਿਲਾਂ ਗਏ ਆ, ਕੱਲੇ ਮਿਨਿਸਟਰ ਦੇ ਘਰ ਗਏ ਆ, ਇਹਨਾਂ ਦੇ OSDਆਂ ਨੂੰ ਮਿਲੇ ਆ, ਇਹਨਾਂ ਦੇ ਜਿਹੜੇ ਚੀਫ ਐਡਵਾਈਜ਼ਰ, ਹੋਰ ਮੀਡੀਆ ਐਡਵਾਈਜ਼ਰ, ਸਾਰਿਆਂ ਨੂੰ ਮਿਲੇ ਆ, ਕਿਸੇ ਨੇ ਨਹੀਂ ਸਾਡੀ ਸੁਣੀ। ਸਾਰੇ ਸਾਨੂੰ ਇੰਝ ਹੀ ਸਮਝਦੇ ਆ ਕਿ ਇਹਨਾਂ ਨੂੰ ਤੇ ਦੂਰ ਹੀ ਰੱਖੋ, ਤੱਤੇ ਚਿਮਟੇ ਨਾਲ ਨਾ ਛੋ। ਕਹਿੰਦੇ ਫਿਰ ਹੁਣ ਮੈਦਾਨ 'ਚ ਆ ਜਾਓ, ਫਿਰ ਕੀ ਆ। ਹੁਣ ਇਹ ਆਮਣੇ ਸਾਹਮਣੇ ਟਕਰਾਅ ਹੈਗਾ, ਇਹਦੇ 'ਚ ਕੌਣ ਕਿੱਧਰ ਨੂੰ, ਕਿਹੜਾ ਜਿੱਤਦਾ ਕੌਣ ਹਾਰਦਾ, ਇਹਦੇ ਹੈ ਇਹੋ ਜਿਹੀ ਲੜਾਈ ਹੈ। ਇਹ ਵੀ ਬਿਲਕੁਲ ਪੰਚਾਇਤਾਂ ਵਾਲੀ ਗੱਲ ਆ। ਇਹ ਦੂਜਾ ਵੱਡਾ ਪੇਚ ਪਿਆ, ਜੋ ਪੇਚ ਕਹਿ ਲਓ ਜਾਂ ਪੇਚਾ ਕਹਿ ਲਓ, ਪੈ ਗਿਆ ਭਗਵੰਤ ਮਾਨ ਦਾ। ਇਹ ਦੂਜਾ ਵੱਡਾ ਇਮਤਿਹਾਨ ਆ, ਕੁਝ ਦਿਨਾਂ ਦੇ ਬਾਅਦ ਰਿਜ਼ਲਟ ਆ ਜਾਊਗਾ। ਜੀ ਪ੍ਰੋਫੈਸਰ, ਆਖਰੀ ਖਬਰ ਕਿ ਇੰਡੀਆ ਗੱਠਜੋੜ ਦੀ ਪਹਿਲੇ ਦਿਨ ਦੀ ਮੀਟਿੰਗ ਕਿੱਦਾਂ ਦੀ ਰਹੀ? ਰਾਹੁਲ ਗਾਂਧੀ ਹੋਰਾਂ ਨੇ ਜਿਹੜਾ $1 ਅਰਬ ਦਾ ਇਲਜ਼ਾਮ ਲਾਇਆ ਜਾਂ ਸਵਾਲ ਚੁੱਕੇ ਨੇ ਉਹਨੂੰ, ਕਿ ਉਹ ਕਿੱਦਾਂ ਇਧਰੋਂ ਉਧਰ ਸਾਰਾ ਕੁਝ ਨਿਵੇਸ਼ ਹੋਇਆ, ਮੁਲਕ ਦੇ ਅੰਦਰੋਂ ਗਿਆ। ਹਾਲਾਂਕਿ ਗੱਲਾਂ ਤੇ ਕਾਲੇ ਧਨ ਦੀਆਂ ਵੀ ਹੁੰਦੀਆਂ ਸੀਗੀਆਂ, ਉਹ ਜੇ ਚੇਤੇ ਕਰਾਵੇ ਕੋਈ, ਇਹਨਾਂ ਨੂੰ ਚੇਤੇ ਆ ਵੀ ਜਾਂਦਾ ਤੇ ਭਾਵੇਂ ਉਹ ਤੋਂ ਮਾੜਾ ਜਿਹਾ ਕੰਨੀ ਕਤਰਾ ਜਾਂਦੀ ਹੈ ਕੇਂਦਰ ਸਰਕਾਰ, ਪਰ ਉਹ ਵੀ ਲਗਾਤਾਰ 2024 ਦੇ ਨੇੜੇ ਆਉਂਦੇ ਆਉਂਦੇ ਉਹ ਵੀ ਸਵਾਲ ਅੱਗੇ ਆ ਜਾਣਗੇ। ਪਰ ਫਿਰ ਇੱਥੇ ਹੀ ਗੱਲ ਆ ਕੇ ਮੁੱਕਦੀ ਹੈ ਕਿ ਉਹਦਾ ਕੀ ਬਣਿਆ। ਇੱਕ ਕੇਂਦਰ ਨੇ ਜਿਹੜਾ ਸਪੈਸ਼ਲ ਸੈਸ਼ਨ ਸੱਦਿਆ ਆ, ਜੇ ਉਹਦੇ ਬਾਰੇ ਕੋਈ ਡਿਟੇਲ ਆਪਾਂ ਦੱਸ ਸਕੀਏ ਕਿ ਕਾਰਨ ਕੀ ਹੈ, ਕਿ ਉਹ ਕਾਹਦੇ ਵਾਸਤੇ ਸੱਦਿਆ। ਅੱਗੇ ਆ ਪਿਛਲਾ ਕਿੰਨਾ ਹੰਗਾਮੇ ਭਰਪੂਰ ਰਿਹਾ, ਮਣੀਪੁਰ ਵਾਲੇ ਮਸਲੇ ਤੇ ਜਵਾਬ ਨਹੀਂ ਦਿੱਤਾ, ਚੀਨ ਵਾਲਾ ਮਸਲਾ ਵੀ ਆ ਕੇ ਖੜ ਗਿਆ ਕਿ ਉਹਨਾਂ ਨੇ ਕੋਈ ਨੁਕਸ਼ਾ ਜਾਰੀ ਕੀਤਾ, ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਇਹ ਅਸੀਂ ਆਪਣੇ ਤੌਰ ਤੇ ਕੀਤਾ। ਉਹਦਾ ਵੀ ਰੌਲਾ ਰੱਪਾ ਨਾਲੋਂ ਨਾਲ ਚੱਲ ਰਿਹਾ, ਉਹਨੂੰ ਮਾਮਲੇ ਨੂੰ ਲੈ ਕੇ ਵੀ ਘਸੀਟਿਆ ਜਾਊਗਾ। ਅਡਾਨੀ ਵਾਲਾ ਮਸਲਾ ਵੀ ਆ ਜਾਣਾ। ਪਰ ਜਿਹੜਾ ਰਾਹੁਲ ਗਾਂਧੀ ਉਹਨਾਂ ਨੇ ਮਸਲਾ ਚੱਕਤਾ, ਇਹ ਲੱਗਦਾ ਹੈ ਗਾਂ ਵਾਲੇ ਸੈਸ਼ਨ ਦੇ ਵਿੱਚ ਇਹ ਵੀ ਮੁੱਦਾ ਬਣ ਜਾਣਾ ਕਿ ਦਿਓ ਜਵਾਬ। ਦੇਖੋ, ਜਿਹੜਾ ਹਿੰਡਨਬਰਗ ਦਾ ਭੂਤ ਆ, ਉਹ ਇੱਕ ਵਾਰੀ ਤੇ ਉਹਨੇ ਬੜਾ ਸਹਿਮ ਫੈਲਾਤਾ ਸੀਗਾ ਉਸ ਰਿਪੋਰਟ ਨੇ, ਤਾਂ ਉਹ ਅਜੇ ਪਿੱਛੇ ਨਹੀਂ ਹਟਿਆ, ਉਹ ਅਜੇ ਵੀ ਲੱਗਾ ਹੋਇਆ। ਉਹਨੇ ਫਿਰ ਨਵੇਂ ਕੋਈ ਇਧਰੋਂ ਉਧਰੋਂ ਡਾਕੂਮੈਂਟ ਕੱਢ ਕੇ, ਫੈਕਟ ਕੱਢ ਕੇ, ਤੇ ਉਹਦੀ ਜਿਹੜੀ ਰਿਪੋਰਟ ਨਵੀਆਂ ਜਿਹੜੀਆਂ ਹਾਈਲਾਈਟਸ ਆਈਆਂ, ਉਹ ਵੀ ਕਾਫੀ ਸੀਰੀਅਸ ਆ। ਔਰ ਉਹਦਾ ਤੁਰੰਤ ਅਸਰ ਅਡਾਨੀ ਦੇ ਸ਼ੇਅਰਾਂ ਤੇ ਹੋ ਗਿਆ। ਮੈਂ ਪੜ੍ਹ ਰਿਹਾ ਸੀ, ਪਤਾ ਨਹੀਂ ਕਿਹੜੇ ਕਈ ਕੰਪਨੀਆਂ, ਇੱਕ ਕੰਪਨੀ ਦੇ 4% ਸ਼ੇਅਰ ਗਿਰ ਗਏ ਆ, ਹੁਣ ਤੱਕ ਹੋਰ ਵੀ ਗਿਰ ਗਏ ਹੋਣਗੇ, ਕਿਉਂਕਿ ਜਦੋਂ ਥੱਲੇ ਨੂੰ ਡਿੱਗਣ ਲੱਗਦੇ ਆ, ਮੂੰਹ ਭਰ ਨਹੀਂ ਡਿੱਗਦੇ ਹੁੰਦੇ ਆ, ਕਿਉਂਕਿ ਲੋਕ ਕੋਈ ਵੀ ਉਸ ਕੰਪਨੀ 'ਚ ਇਨਵੈਸਟ ਕਰਨਾ ਨਹੀਂ ਚਾਹੁੰਦਾ ਜਿੱਥੇ ਇੰਜ ਕੋਈ ਖਾਸ ਸੀਰੀਅਸ ਦਾਗ ਲੱਗ ਜਾਣ ਤੇ ਉਹਨੂੰ ਲੱਗੇ ਕਿ ਕੱਲ ਨੂੰ ਕੰਪਨੀ ਜਿਹੜੀ ਹੈ ਉਹ ਕਿਸੇ ਕੰਮ 'ਚ ਫਸ ਵੀ ਸਕਦੀ ਹੈ, ਕਿਸੇ ਫਾਈਨੈਂਸ਼ੀਅਲ ਗਬਨ ਦੇ ਵਿੱਚ ਫਸ ਸਕਦੀ। ਹੁਣ ਜਿਹੜੀਆਂ ਰਿਪੋਰਟਾਂ ਆ, ਫਾਈਨੈਂਸ਼ੀਅਲ ਐਕਸਪ੍ਰੈਸ ਤੇ ਗਾਰਡੀਅਨ, ਇਹੋ ਜਿਹੇ ਵੱਡੇ ਨਿਊਜ਼ਪੇਪਰ ਜਿਹੜੇ ਆ ਦੁਨੀਆ ਦੇ, ਜਿਨ੍ਹਾਂ ਦੇ ਬੜੇ ਗਾਰਡੀਅਨ ਨੂੰ ਬੜਾ ਰਿਸਪੈਕਟੇਬਲ ਨਿਊਜ਼ਪੇਪਰ, ਬ੍ਰਿਟਿਸ਼ ਪੇਪਰ ਨੂੰ ਮੰਨਦੇ ਆ, ਜੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗੌਤਮ ਅਡਾਨੀ ਦਾ ਜੋੜੀ ਦੋਸਤੀ ਦਾ ਨਾਂ ਲੈ ਕੇ ਇਹੋ ਜਿਹੀਆਂ ਗੱਲਾਂ ਜੇ ਕੀਤੀਆਂ, ਤੇ ਰਾਜਨੀਤੀ ਤੇ ਵੱਡੀ ਹੈ। ਔਰ ਇਹ ਐਲੀਗੇਸ਼ਨ ਇਸ ਵਾਰ ਇਹ ਆ ਕਿ ਇਹਨਾਂ ਦੇ ਬਾਹਰ ਕੋਈ ਚੀਨ ਦੇ ਵਿੱਚ ਦੋਸਤ ਆ, ਕੁਝ ਹੋਰ ਇੰਗਲੈਂਡ ਜਾਂ ਕਿੱਥੇ ਕਿੱਥੇ ਦੋਸਤ ਹੈਗੇ ਆ, 2-4 ਉਹਨਾਂ ਨੇ ਨਾਂ ਦੱਸੇ ਆ। ਉਹਨਾਂ ਨਾਵਾਂ ਦਾ ਲੈ ਕੇ, ਔਰ ਗੌਤਮ ਅਡਾਨੀ ਦਾ ਜਿਹੜਾ ਬ੍ਰਦਰ ਹੈ, ਉਹਨਾਂ ਦੇ ਰਾਹੀਂ ਪੈਸੇ ਬਾਹਰ, ਤੁਸੀਂ ਬਿਲਕੁਲ ਠੀਕ ਕਿਹਾ ਕਿ $1 ਅਰਬ ਬਾਹਰ ਭੇਜੇ ਇੱਥੋਂ। ਔਰ ਉਹ ਜਾਨੀ ਜਿਹੜੇ ਸੈਬੀ ਦੇ SEBI, ਜਿਹੜੀ ਸੈਬੀ ਜਿਹਨੂੰ ਕਹਿੰਦੇ ਆ, ਸਿਕਿਉਰਿਟੀ ਐਂਡ ਐਕਸਚੇਂਜ ਬਿਊਰੋ, ਬੋਰਡ ਆਫ ਇੰਡੀਆ ਜਾਂ ਬਿਊਰੋ ਆਫ ਇੰਡੀਆ, ਮੇਰੇ ਖਿਆਲ ਸੈਬੀ ਕਹਿੰਦੇ ਉਹਨੂੰ,
ਨਿਕਨੇਮ। ਉਹਨਾਂ ਨੇ ਵੀ ਇਨਕੁਆਇਰੀ ਪਿਛਲੀ ਵਾਰੀ ਵੀ ਹਿੰਡਨਬਰਗ ਦੀ ਕੀਤੀ ਸੀ, ਸਭ ਅੱਛਾ ਦਾ ਰਿਪੋਰਟ ਦੇਤਾ ਤੇ ਉਹਨਾਂ ਨੂੰ ਹੁਣ ਕਹਿੰਦੇ ਕਿ NDTV ਦੇ ਵਿੱਚ ਥੋੜਾ ਜਿਹਾ ਪੈਸੇ ਚਾਰ ਦੀ ਰੱਖ ਲਿਆ ਗਿਆ। ਇਹੀ ਤੇ ਕੰਮ ਚੱਲਦੇ ਉੱਪਰ ਵਾਲੇ ਸਾਰੇ, ਉਹੀ ਰੰਜਨ ਗੋਗੋਈ ਵਾਲਾ ਹੀ ਕੰਮ ਵੀ ਤੁਸੀਂ ਅਯੁੱਧਿਆ ਦੇ ਉੱਤੇ ਫੈਸਲਾ ਸੁਣਾਓ ਇੱਕ ਵਾਰੀ, ਤੁਹਾਨੂੰ ਅਸੀਂ ਰਾਜ ਸਭਾ 'ਚ 6 ਸਾਲ ਦੀਆਂ ਮੌਜਾਂ ਕਰਾਵਾਂਗੇ। ਜਾ ਕੇ ਛੇਮ ਵੀ ਘਵਾਇਆ ਸਵਾਰਾ ਸੁਣਿਆ, ਮਤਲਬ ਲੋਕ ਇਸ ਤਰ੍ਹਾਂ ਹਟਦੇ ਨਹੀਂ। ਹੁਣ ਇੱਥੋਂ ਇਹ ਗੱਲ ਦੇ ਉੱਤੇ ਸੁਪਰੀਮ ਕੋਰਟ ਵੀ ਦੁਬਾਰਾ ਤਤਪਰ ਹੋ ਜੂ, ਕੋਈ ਸੇਬੀ ਨੂੰ ਇਸ ਗੱਲ ਦਾ ਕਿ ਤੁਸੀਂ ਸਾਨੂੰ ਦੱਸੋ ਵੀ ਇਹ ਮਾਮਲਾ ਕੀ ਹੈ। ਉਹ ਸੁਪਰੀਮ ਕੋਰਟ ਨੇ ਹੁਕਮ ਕੀਤਾ ਸੀ ਤੇ ਉਹਨਾਂ ਨੇ ਸਭ ਅੱਛੇ ਦੀ ਰਿਪੋਰਟ ਦੇ ਦਿੱਤੀ। ਹੁਣ ਇਹ ਦੁਬਾਰਾ ਸ਼ੱਕ ਦੀ ਜਦੋਂ ਸੂਈ ਚੱਲੂਗੀ ਤੇ ਜਦੋਂ ਰਾਹੁਲ ਗਾਂਧੀ ਨੇ ਆਪਣਾ ਘੜੂਚੂ ਫੇਰ ਹੀ ਦਿੱਤਾ ਪ੍ਰੈਸ ਕਾਨਫਰੰਸ ਕਰਕੇ ਦੁਬਾਰਾ ਕਿ ਵੀ ਆ ਮੈਦਾਨ ਦੇ ਵਿੱਚ ਆ ਇਹਨੂੰ ਭੱਜਣ ਨਹੀਂ ਦਿੰਦੇ, ਪ੍ਰਧਾਨ ਮੰਤਰੀ ਨੂੰ ਤੇ ਅਡਾਨੀ ਨੂੰ ਦੁਬਾਰਾ ਵੰਗਾਰ ਦਿੱਤਾ ਨੌਜਵਾਨ ਨੇ, ਤਾਂ ਉਹ ਹੁਣ ਉਹ ਵੀ ਆਪਣੇ ਆਪ 'ਚ ਇੱਕ ਜੱਫਾ ਪੈ ਗਿਆ। ਉਹ ਪੈਸਾ ਦਿੱਤਾ ਤਾਂ ਆ ਬਾਹਰ ਭੇਜਿਆ ਗੈਰ ਕਾਨੂੰਨੀ ਤੌਰ ਤੇ ਆਪਣੇ ਸ਼ੇਅਰਾਂ ਦੇ ਵਿੱਚ, ਤਾਂ ਕਿ ਸ਼ੇਅਰਾਂ ਦੀ ਡਿਮਾਂਡ ਬਣ ਜਾਏ ਔਰ ਜਿਹੜਾ ਥੱਲੇ ਡਿੱਗ ਰਹੇ ਸੀਗੇ, ਸੈਗਿੰਗ ਜਿਹਨੂੰ ਕਹਿੰਦੇ ਆ, ਥੱਲੇ ਡਿੱਗ ਰਹੇ ਸੀ ਸ਼ੇਅਰ, ਥੱਲੇ ਹੀ ਡਿੱਗਦੇ ਜਾ ਰਹੇ ਸੀ, ਉਹਨਾਂ ਨੂੰ ਇੱਕਦਮ ਡਿਮਾਂਡ ਵਧਾ ਕੇ ਤੇ ਉਹਨਾਂ ਨੂੰ ਪ੍ਰੌਪ ਅਪ ਕਰਤਾ ਵੀ ਇਹਨਾਂ ਦੇ ਸ਼ੇਅਰਾਂ ਨੂੰ ਹੋਇਆ ਹੀ ਕੁਛ ਨਹੀਂ। ਉਹ ਫਿਰ ਖੜੇ ਹੋ ਗਏ ਜਦੋਂ ਲੋੜ ਵਧਾਤੀ, ਫਟਾਫਟ ਖਰੀਦਣੇ ਸ਼ੁਰੂ ਕਰਤੇ ਤੇ ਦੂਜਿਆਂ ਨੇ ਵੀ ਖਰੀਦਣੇ ਸ਼ੁਰੂ ਕਰਤੇ, ਖਰੀਦਣੇ ਸ਼ੁਰੂ ਹੋ ਗਏ ਤੇ ਕੀਮਤ ਵਧਣੀ ਸ਼ੁਰੂ ਹੋ ਗਈ। ਇਹ ਡਿਮਾਂਡ ਸਪਲਾਈ ਹੈ ਨਾ ਸਾਰਾ, ਇਹ ਕੰਮ ਦਾ ਉਹਨਾਂ ਨੇ ਦੋਸ਼ ਲਾਇਆ ਤੇ ਇਹ ਕਿਵੇਂ ਹੇਰਾਫੇਰੀ ਕੀਤੀ ਗਈ ਉਹਦੇ ਬਾਰੇ ਹੈਗਾ। ਹੁਣ ਇਹਦੇ ਚੋਂ ਨਿਕਲਦਾ ਕੀ ਹੈ ਇਹ ਦੇਖਣ ਵਾਲੀ ਗੱਲ ਆ। ਰਾਜਨੀਤੀ ਪੂਰੀ ਜ਼ੋਰਾਂ ਤੇ ਆ। 2024 ਦੇ ਵਿੱਚ ਕਿਹੜੇ ਨਵੇਂ ਰੰਗ ਆਉਣਗੇ, ਇਹੋ ਜਿਹੇ ਜਿਹੜੀ ਆਪਸ ਵਿੱਚ ਤਾਨੋ ਮਿਹਣੀ ਤੇ ਔਰ ਆਪਸ ਵਿੱਚ ਜਿਹੜੀ ਹੈ ਚਾਂਗ ਮਾਰੀ ਤੁਹਾਨੂੰ ਵੇਖਣ ਨੂੰ ਮਿਲੂਗੀ। ਉਹਦੇ ਬਾਰੇ ਮੈਂ ਪੁੱਛਿਆ ਸੀ ਜੇ ਸੈਸ਼ਨ ਬਾਰੇ ਕੋਈ ਜਾਣਕਾਰੀ ਹੋਵੇ ਤੇ ਕਿਉਂ ਸੁਖਵਿੰਦਰ, ਮੈਂ ਸੱਚੀ ਗੱਲ ਹੈ ਕਿ ਮੈਨੂੰ ਸੈਸ਼ਨ ਬਾਰੇ ਤੇ ਸਗੋਂ ਮੈਂ ਤੁਹਾਡੇ ਕੋਲੋਂ ਹੀ ਸੁਣ ਰਿਹਾ, ਮੈਨੂੰ ਕੋਈ ਜਾਣਕਾਰੀ ਨਹੀਂ। ਪਰ ਇੱਕ ਗੱਲ ਤੁਸੀਂ ਮੋਟੇ ਤੌਰ ਤੇ ਸਮਝ ਲਓ ਕਿ ਕੋਈ ਖਾਸ ਹੀ ਗੱਲ ਹੋਊਗੀ ਜਿਹੜਾ ਐਮਰਜੈਂਸੀ ਸੈਸ਼ਨ ਬੁਲਾਇਆ, ਸੈਸ਼ਨ ਤੇ ਚੱਲਦੇ ਹੀ ਨਹੀਂ ਨਾ, ਪਿਛਲੇ ਤੋਂ ਪਿਛਲਾ ਚੱਲਿਆ ਸੀ ਨਾ ਪਿਛਲਾ ਸੈਸ਼ਨ ਚੱਲਿਆ, ਫਿਰ ਹੋਰ ਸੈਸ਼ਨ ਕਾਹਦੇ ਲਈ ਬੁਲਾਉਣਾ। ਬਿਨਾਂ ਕਿਸੇ ਪੋਲਿਟਿਕਸ ਤੋਂ, ਬਿਨਾਂ ਕੋਈ ਇਹੋ ਜਿਹਾ ਕਾਨੂੰਨ ਲਿਆਉਣ ਤੋਂ ਕਿ ਜਿਹਦੇ ਨਾਲ ਵਾਹਵਾਹੀ ਕੀਤੀ ਜਾਏ, ਜਿਵੇਂ ਕਿ ਚੰਦਰਮੇ ਦੇ ਹੁਣੇ ਚੱਲਿਆ ਆ ਤਾਂ ਵੀ ਉੱਥੇ ਮੂਨ ਤੇ ਪਹੁੰਚ ਗਏ ਸੌਰੀ, ਹੁਣ ਇਹਦੋਂ ਬਾਅਦ ਜੀ ਸੋਲਰ ਦਾ ਚੱਲਿਆ ਥੋੜੇ ਹੋਰ 5-7 ਦਿਨਾਂ 'ਚ ਸੋਲਰ ਵੱਲ ਨੂੰ ਇੱਕ ਚੜ੍ਹਨਾ, ਆਪਣਾ ਸੈਟੇਲਾਈਟ ਨਵਾਂ ਭੇਜਣਾ ਆ, ਉਹਦੇ ਐਕਸਪੈਰੀਮੈਂਟੇਸ਼ਨ ਹੋਊਗੀ। ਇਹ ਸਾਰਾ ਇੱਕ ਮਾਹੌਲ ਪੈਦਾ ਕਰਨ ਲਈ ਕਿ ਸਾਡਾ ਦੇਸ਼ ਜਿਵੇਂ ਦੁਨੀਆ ਦੇ ਵਿੱਚ ਮਜ਼ਬੂਤ ਹੋਇਆ, ਉੱਪਰ ਉੱਠਿਆ, ਪੈਸੇ ਧੇਲੇ ਵੱਲੋਂ ਵੀ, ਅਦਬ ਵੱਲੋਂ ਵੀ, ਸਟੇਟਸ ਵੱਲੋਂ ਵੀ, ਪੋਲਿਟਿਕਸ ਵੱਲੋਂ ਵੀ, ਉਹ ਕੋਸ਼ਿਸ਼ਾਂ ਰੂਲਿੰਗ ਧਿਰ ਵੱਲੋਂ ਕੀਤੀਆਂ ਜਾ ਰਹੀਆਂ ਤੇ ਉਹ ਹਵਾ ਭਰਦੇ ਆ ਤੇ ਇਹ ਨਾਲ ਜਿਹੜੀ ਆ ਬੋਕੀ ਖੋਲੀ ਜਾਂਦੇ, ਹਵਾ ਵਾਲਾ ਮੂੰਹ ਟੂਟੀ ਖੋਲ ਕੇ ਜਿਹੜੇ ਆ ਖੜਗੇ ਸਾਹਿਬ ਤੇ ਰਾਹੁਲ ਗਾਂਧੀ ਤੇ ਹੋਰ ਉਹਨਾਂ ਦੀ ਜਿਹੜੀ 26 ਮੈਂਬਰਾਂ ਦੀ ਟੀਮ ਆ INDIA, ਉਹ ਹਵਾ ਭਰੀ ਜਾਏ ਤੇ ਉਹ ਹਵਾ ਕੱਢੀ ਜਾਏ, ਇਹ ਕੰਮ ਚੱਲੀ ਜਾਂਦਾ। ਉਸੇ ਕੜੀ ਦੇ ਹਿੱਸੇ ਵਜੋਂ ਹੀ ਇਹ ਸੈਸ਼ਨ ਹੋਊਗਾ। ਹਵਾ ਥੋੜੀ ਜਿਹੀ ਦੁਬਾਰਾ ਭਰਨ ਲਈ ਆਪਾਂ ਥੋੜਾ ਟਾਈਮ ਵੇਟ ਕਰੋ, ਉਹ ਸਾਰਾ ਸਾਹਮਣੇ ਆ ਜਾਊਗਾ। ਪਰ ਹੋਊਗੀ ਇਹ ਬਿਨਾਂ ਪੋਲਿਟਿਕਸ ਤੋਂ ਨਹੀਂ ਹੋਊਗਾ। ਕੋਈ ਵਿਕਾਸ ਵਾਲਾ ਕੰਮ ਜਾਂ ਕੋਈ ਹੋਰ ਬਹੁਤ ਵੱਡਾ ਕੰਮ ਐਮਰਜੈਂਸੀ ਨਹੀਂ ਹੋਣ ਵਾਲਾ। ਹੁਣ ਮੈਂ ਗੈਸ ਦੇ ਤੌਰ ਤੇ ਕਹਿ ਦਿੰਦਾ ਕਿ ਜਿਵੇਂ ਨਕਸ਼ਾ ਆ ਗਿਆ ਚਾਈਨਾ ਵਾਲਾ, ਉਹ ਅਰੁਣਾਚਲ ਦਿਖਾਤਾ ਜਾਂ ਉਹ ਸਿਆਚਿਨ ਦਾ ਏਰੀਆ ਹੈ, ਉਹ ਪਹਿਲਾਂ ਬਹੁਤ ਦੇਰ ਦਾ ਜਿਹੜੀ ਲੜਾਈ ਚਾਈਨਾ ਦੀ ਹੋਈ ਸੀ ਉਦੋਂ ਦਾ ਉਹਨਾਂ ਨੇ ਆਪਣੇ ਕੋਲ ਰੱਖਿਆ। ਉਹ ਤੇ ਉਹਨਾਂ ਨੂੰ ਆਪਣਾ ਹੀ ਸਮਝਦੇ, ਅਸੀਂ ਉਹਨੂੰ ਆਪਣਾ ਸਮਝਦੇ ਹਾਂ। ਉਹ ਵੀ ਆਪਣੇ ਨਕਸ਼ੇ ਦਿਖਾਈ ਜਾਂਦੇ, ਅਸੀਂ ਵੀ ਆਪਣੇ ਨਕਸ਼ੇ ਦਿਖਾਈ ਜਾਂਦੇ, ਇਸ ਕਿਸਮ ਦਾ। ਹੁਣ ਇਹੋ ਜਿਹੀ ਕੋਈ ਨਵੀਂ ਕਿਤੇ ਸ਼ਗੂਫਾ ਤੇ ਛੱਡਣਾ ਹੀ ਪਊ ਤਾਂ ਕਿ ਇਲੈਕਸ਼ਨ ਦਾ ਇੱਕ ਪੁਰਾਣੇ ਬਾਲਾਕੋਟ ਵਾਂਗੂ ਮਾਹੌਲ ਬਣਾਇਆ ਜਾਏ। ਕੋਈ ਇਹੋ ਜਿਹੀ ਗੱਲ ਵੀ ਹੋ ਸਕਦੀ ਹੈ। ਬਿਲਕੁਲ, ਇੱਕ ਪਾਸੇ G20 ਤੇ ਦੂਜੇ ਪਾਸੇ 18 ਤੋਂ 20 ਸਤੰਬਰ ਤੱਕ ਜਦੋਂ ਅੱਗੇ ਜਾ ਕੇ ਕੁਝ ਹੁੰਦਾ ਤੇ ਉਹਦੇ ਵਿੱਚ ਮਹਿੰਗਾਈ ਦੀਆਂ ਗੱਲਾਂ ਜਾਂ ਜਿਹੜਾ ਮਨੀਪੁਰ 'ਚ ਵਾਪਰਿਆ ਉਹਦੀਆਂ ਗੱਲਾਂ ਜਾਂ ਹੋਰ ਉਹਨਾਂ ਸਭ ਤੋਂ ਇਲਾਵਾ ਕਿਹੜੇ ਮੁੱਦੇ ਦੇ ਉੱਤੇ ਗੱਲ ਹੋਏਗੀ, ਬਹੁਤ ਖਾਸ ਹੋਏਗਾ, ਉਹ ਦੇਖਣ ਵਾਲਾ। ਇਜਾਜ਼ਤ ਦਿਓ, ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ।